ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਪੌੜੀ ਇਕ ਨਾ ਗਲੀ ਜੰਜੀਰ, ਬੰਦਰ ਬਾਣੀਆਂ ਬੱਧੇ ਛੁਟਹਿ ਸੱਚ ਸੱਚ ਪਛਾਣੀਆਂ। ਇਕ ਨਾ ਗਲੀ ਜੰਜੀਰ, ਬੰਦਰ ਬਾਣੀਆਂ ਬੱਧੇ ਛੁਟਹਿ ਸੱਚ ਸੱਚ ਪਛਾਣੀਆਂ। ਲਿਖਿਆ ਪੱਲੇ ਪਾਏ ਸੋ ਸੱਚ ਜਾਣੀਆਂ। ਹੁਕਮੀ ਹੋਏ ਨਬੇੜ ਗਿਆ ਜਾਣੀਆਂ। ਭਉਜਲ ਤਾਰਨ ਹਾਰ ਸ਼ਬਦ ਪਛਾਣੀਆਂ। ਚੋਰ ਯਾਰ ਜੁਆਰ ਪੀੜੇ ਕਹਾਣੀਆਂ। ਨਿੰਦਕ ਲਾਇਤਬਾਰ ਮਿਲੇ ਹੜਵਾਣੀਆਂ। ਗੁਰਮੁਖ ਸੱਚ ਸਮਾਏ ਸੋ ਦਰਗਹ ਜਾਣੀਆਂ। ਨਿੰਦਕ ਲਾਇਤਬਾਰ ਮਿਲੇ ਹੜਵਾਣੀਆਂ। ਗੁਰਮੁਖ ਸੱਚ ਸਮਾਏ ਸੋ ਦਰਗਹ ਜਾਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਜੇ ਹੋਏ ਸੁੰਦਰ ਦੀਵਾਨਾਂ ਦੇ ਵਿੱਚ ਆਪ ਜੀਆਂ ਨੇ ਹਾਜ਼ਰੀ ਭਰ ਕੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਪਾਠ, ਗੁਰਬਾਣੀ ਕੀਰਤਨ ਸਰਵਣ ਕੀਤੇ ਹਨ। ਉਪਰੰਤ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਾਰ ਜੋ ਮਲਾਰ ਰਾਗ ਵਿੱਚ ਹੈ, ਉਸ ਦੀ ਵਿਚਾਰ ਹੋ ਰਹੀ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਜੋ ਸ਼ਬਦ ਹੈ, ਜੋ ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ, ਉਸ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ
ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਗੁਰਮਤਿ ਦੀ ਰੌਸ਼ਨੀ ਵਿੱਚ ਸਤਿਗੁਰੂ ਜੀ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਮਨ ਦਾ ਟਿਕਾਓ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ ਜੋ ਸਮੁੱਚੀ ਮਾਨਵਤਾ ਨੂੰ ਸੁਨੇਹਾ ਦੇ ਰਹੇ ਹਨ। ਸਾਹਿਬ ਕਹਿੰਦੇ ਨੇ ਮਨੁੱਖ ਨੂੰ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਇਹ ਜੋ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਹੈ ਤੇ ਜਿਨ੍ਹਾਂ ਜੀਵਾਂ ਨੇ ਇਸ ਦੀ ਕਦਰ ਨੂੰ ਨਹੀਂ ਜਾਣਿਆ, ਜਿਹੜੇ ਜੀਵ ਇਹ ਮਨੁੱਖਾ ਸਰੀਰ ਪ੍ਰਾਪਤ ਕਰ ਤਾਂ ਲਿਆ ਹੈ ਪਰ ਉਹਨਾਂ ਦੀ ਮਨੁੱਖਾ ਸਰੀਰ ਦੇ ਜੋ ਜੀਵਨ ਦਾ ਲਕਸ਼ ਹੈ ਉਹਨੂੰ ਛੱਡ ਕੇ ਉਹਨਾਂ ਨੇ ਆਪਣੇ ਜੀਵਨ ਦਾ ਕੋਈ ਮਨੋਰਥ ਹੋਰ ਹੀ ਬਣਾ ਲਿਆ ਹੈ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਨੇ ਫਿਰ ਆਪਣੇ ਜੀਵਨ ਦਾ ਕੋਈ ਮਨੋਰਥ ਹੋਰ ਬਣਾ ਲਿਆ ਹੈ ਉਹ ਜੀਵ ਫਿਰ ਇੱਕ ਕੁਦਰਤ ਦਾ ਜੋ ਨਿਯਮ ਬਣਿਆ ਹੈ, ਨਿਯਮ ਦੇ ਮੁਤਾਬਕ ਫਿਰ ਉਹ ਜੀਵ ਦੁਖੀ ਹੁੰਦੇ ਨੇ, ਦੁੱਖ ਭੋਗਦੇ ਨੇ, ਸਜ਼ਾਵਾਂ ਮਿਲਦੀਆਂ ਨੇ। ਉਹਦੇ ਵਿੱਚ ਰੱਬ ਦਾ ਫਿਰ ਕੋਈ ਦੋਸ਼ ਨਹੀਂ ਹੈ, ਉਹਦੇ ਵਿੱਚ ਰੱਬ ਦਾ ਫਿਰ ਕੋਈ ਰੱਬ ਉੱਤੇ ਉਲਾਮਾ ਦੇਵੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਫਿਰ ਜੀਵ ਰੱਬ ਨੂੰ ਉਲਾਮਾ ਨਹੀਂ ਦੇ ਸਕਦਾ। ਸਾਹਿਬ ਜੀ ਨੇ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਬਚਨ ਕੀਤੇ ਨੇ, ਕੁਝ ਔਗਣਾਂ ਦਾ ਜ਼ਿਕਰ ਕੀਤਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਤੋ ਸਾਹਿਬ ਸ਼ਬਦ ਦੀ ਸ਼ੁਰੂਆਤ ਇੱਥੋਂ ਕਰਦੇ ਨੇ। ਸਾਹਿਬ ਕਹਿੰਦੇ ਇੱਕ ਨਾ ਗਲੀ ਜੰਜੀਰ ਬੰਦ ਰਬਾਣੀਆਂ। ਰਬਾਣੀਆਂ ਸ਼ਬਦ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਬੰਦੀ ਖਾਨਾ। ਸਾਹਿਬ ਜੀ ਕਹਿੰਦੇ ਨੇ ਇੱਕ ਨਾ ਤੋਂ ਭਾਵ ਹੈ ਬਹੁਵਚਨ ਹੈ ਕਈ ਜੀਵ। ਕਈ ਜੀਵਾਂ ਦੇ ਗਲੀ ਤੋਂ ਭਾਵ ਗਲਾਂ ਦੇ ਵਿੱਚ ਜੰਜੀਰ ਪਏ ਹੋਏ ਨੇ ਤੇ ਜੰਜੀਰ ਪਾ ਕੇ ਪ੍ਰਭੂ ਦੇ ਬੰਦੀ ਖਾਨੇ ਵਿੱਚ ਉਹਨਾਂ ਨੂੰ ਕੈਦ ਕੀਤਾ ਜਾਂਦਾ ਹੈ। ਹੁਣ ਜਦੋਂ ਅਸੀਂ ਇਸ ਸ਼ਬਦ ਨੂੰ ਥੋੜ੍ਹਾ ਜਿਹਾ ਹੋਰ ਖੋਲ੍ਹਣ ਦਾ ਯਤਨ ਕਰਾਂਗੇ ਤਾਂ ਸਮਝਣਾ ਪਏਗਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕੀ ਕਹਿਣਾ ਚਾਹੁੰਦੇ ਨੇ। ਉਹ ਕਿਹੜਾ ਬੰਦੀ ਖਾਨਾ ਹੈ, ਉਹ ਕਿਹੜੇ ਸੰਗਲ ਨੇ, ਕਾਹਦੇ ਨਾਲ ਜੀਵ ਨੂੰ ਬੰਨ੍ਹਿਆ ਹੋਇਆ ਹੈ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਹੀ ਸਾਨੂੰ ਇਸ ਸਵਾਲ ਦੇ ਉੱਤਰ ਮਿਲ ਜਾਂਦੇ ਹਨ। ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ। ਸਾਹਿਬ ਜੀ ਕਹਿੰਦੇ ਨੇ ਕਾਹਦੇ ਸੰਗਲ ਨੇ ਜਿਹੜੇ ਜੀਵ ਨੂੰ ਵੱਜਦੇ ਨੇ ਤੇ ਉਹਨਾਂ ਨੂੰ ਤੋੜਨ ਦਾ ਕੀ ਯਤਨ ਕੀਤਾ ਜਾ ਸਕਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਾਣੀ ਵਿੱਚ ਇਸ ਦੇ ਉੱਤਰ ਦੇ ਦਿੱਤਾ ਹੈ। ਸਾਹਿਬ ਜੀ ਕਹਿੰਦੇ ਨੇ ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ। ਉਹ ਕਾਹਦੇ ਸੰਗਲ ਨੇ। ਹੁਣ ਕੋਈ ਲੋਹੇ ਦਾ ਸੰਗਲ ਤੇ ਹੈ ਨਹੀਂ ਜਿਹੜਾ ਬੰਦੇ ਨੂੰ ਮਾਰਿਆ ਉਹਦੀ ਲੱਤ ਨੂੰ ਜਾਂ ਉਹਦੀ ਬਾਹ ਨੂੰ ਮਾਰ ਕੇ ਕਿਤੇ ਬੰਨ੍ਹਿਆ ਹੋਇਆ ਹੈ। ਤੋ ਸਾਹਿਬ ਜੀ ਨੇ ਤੇ ਜਿਹੜੇ ਸ਼ਬਦ ਵਰਤਿਆ ਹੈ ਸੰਗਲ ਕਿਹੜੇ ਨੇ, ਉਹ ਜੰਜੀਰ ਕਿਹੜੇ ਨੇ, ਬੰਨਿਆ ਕਾਹਦੇ ਨਾਲ ਹੈ। ਤੇ ਸਾਹਿਬ ਜੀ ਕਹਿੰਦੇ ਨਾਨਕ ਔਗਣ ਜੇਤੜੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਜੇਤੜੇ ਤੋਂ ਭਾਵ ਹੈ ਜਿੰਨੇ ਵੀ ਔਗਣ ਨੇ। ਤੇ ਔਗਣਾਂ ਦੇ ਵਿੱਚ ਅੱਜ ਗੁਰੂ ਸਾਹਿਬ ਮਹਾਰਾਜ ਜੀ ਨੇ ਪੰਜਾਂ ਦਾ ਜ਼ਿਕਰ ਕੀਤਾ ਹੈ। ਉਹ ਵਿਚਾਰ ਅੱਗੇ ਚੱਲ ਕੇ ਆਏਗੀ ਕਿ ਕਿਹੜੇ ਕਿਹੜੇ ਉਹ ਪੰਜ ਔਗਣ ਨੇ ਜਿਨ੍ਹਾਂ ਦੀ ਗੱਲ ਚੱਲ ਰਹੀ ਹੈ। ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਉਸ ਸ਼ਬਦ ਵਿੱਚ ਕਹਿ ਦਿੱਤਾ ਕਿ ਨਾਨਕ ਔਗਣ ਜੇਤੜੇ। ਜਿਤਨੇ ਵੀ ਔਗਣ ਹੈ ਉਹ ਸਾਰੇ ਦੇ ਸਾਰੇ ਕਾਹਦਾ ਕੰਮ ਕਰਦੇ ਨੇ। ਸਾਹਿਬ ਜੀ ਕਹਿੰਦੇ ਤੇ ਗਲੀ ਜੰਜੀਰ। ਉਹ ਸੰਗਲ ਦਾ ਕੰਮ ਕਰਦੇ ਨੇ, ਉਹ ਜੰਜੀਰਾਂ ਦਾ ਕੰਮ ਕਰਦੇ ਨੇ। ਤੇ ਸਾਹਿਬ ਨੇ ਨਾਲ ਹੀ ਪੰਕਤੀ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਕੋਈ ਡਰ ਨਾ ਜਾਵੇ, ਕੋਈ ਘਬਰਾ ਨਾ ਜਾਵੇ ਕਿ ਇਹ ਜਿਹੜੇ ਅਸੀਂ ਔਗਣਾਂ ਦੇ ਸੰਗਲ ਬੱਧੇ ਪਏ ਨੇ ਸਾਨੂੰ, ਅਸੀਂ ਬੰਨੇ ਹੋਏ ਹਾਂ ਉਸ ਸੰਗਲਾਂ ਦੇ ਨਾਲ ਤੇ ਮਹਾਰਾਜ ਇਹ ਟੁੱਟ ਵੀ ਸਕਦੇ ਆ। ਤੇ ਸਾਹਿਬ ਨੇ ਨਾਲ ਹੀ ਉੱਤਰ ਦੇ ਦਿੱਤਾ। ਸਾਹਿਬ ਜੀ ਕਹਿੰਦੇ ਨੇ ਜੇ ਗੁਣ ਹੋਣ ਤਾਂ ਕੱਟੀਆਂ।
ਸੇ ਭਾਈ ਸੇ ਵੀਰ। ਐ ਭਾਈ, ਇਹਨਾਂ ਸੰਗਲਾਂ ਨੂੰ ਕੋਈ ਬਾਹਰੋਂ ਮਨੁੱਖ ਨਹੀਂ ਕੱਟ ਸਕਦਾ, ਕੋਈ ਬਾਹਰਲਾ ਮਨੁੱਖ ਨਹੀਂ ਇਹਨਾਂ ਨੂੰ ਵੱਢ ਸਕਦਾ। ਜੇ ਤਾਂ ਬਾਹਰ ਸੰਗਲ ਦਿਸਦੇ ਹੋਣ ਤੇ ਜਾ ਕੇ ਕਿਸੇ ਦੇ ਕੋਲੋਂ ਤੜਵਾ ਲਵਾਂਗੇ, ਕਿਸੇ ਦੇ ਕੋਲੋਂ ਲਵਾ ਲਵਾਂਗੇ, ਪਰ ਸਾਹਿਬ ਜੀ ਕਹਿੰਦੇ ਨੇ ਇਹ ਨਾ ਦਿਸਣ ਵਾਲੇ ਸੰਗਲ ਨੇ, ਦਿਸਦੇ ਨਹੀਂ ਹਨ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਖੁਦ ਆਪ ਹੀ ਕੱਟਣੇ ਪੈਂਦੇ ਨੇ, ਇਹਨਾਂ ਨੂੰ ਕੋਈ ਹੋਰ ਨਹੀਂ ਕੱਟ ਸਕਦਾ। ਤੇ ਸਾਹਿਬ ਜੀ ਕਹਿੰਦੇ ਉਹ ਕੱਟਣ ਦੀ ਜੁਗਤੀ ਕੀ ਹੈ, ਕੱਟਣ ਦਾ ਢੰਗ ਤਰੀਕਾ ਕੀ ਹੈ। ਸਤਿਗੁਰੂ ਮਹਾਰਾਜ ਜੀ ਨਾਲ ਹੀ ਉੱਤਰ ਦਿੰਦੇ ਨੇ ਕਿ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਕਹਿੰਦੇ ਅਸਲ ਵਿੱਚ ਗੁਣ ਹੀ ਜਿਹੜੇ ਹਨ ਤੇਰੇ ਅਸਲੀ ਭਰਾ ਵੀਰ ਨੇ, ਕਿਉਂਕਿ ਇਹਨਾਂ ਗੁਣਾਂ ਨਾਲ ਔਗਣ ਦੇ ਸੰਗਲ ਕੱਟੇ ਜਾਂਦੇ ਨੇ। ਤੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਹੋਰ ਵੀ ਸ਼ਬਦ ਮਿਲਦੇ ਨੇ। ਸਾਹਿਬ ਜੀ ਕਹਿੰਦੇ ਨੇ ਲੋਕ ਅਵਗਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਾਹਦੇ ਸੰਗਲ ਮਨੁੱਖ ਨੂੰ ਵੱਜਦੇ ਨੇ? ਇਹ ਔਗਣਾ ਦੇ ਸੰਗਲ ਜੀਵ ਆਪਣੇ ਆਲੇ ਦੁਆਲੇ ਬੰਨੀ ਫਿਰਦਾ ਹੈ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਣਾਂ ਦੇ ਵਾਲੇ ਬੰਨੇ ਤੁਰਦਾ ਨਹੀਂ, ਗੁਣਾਂ ਨੂੰ ਵਿਹਾਜਦਾ ਨਹੀਂ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਜਿਹਾ ਜੀਵ ਨੂੰ ਸਮਝਾਉਂਦਿਆਂ ਹੋਇਆਂ ਪ੍ਰਮਾਣ ਦਿੱਤਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਸੰਸਾਰ ਦੇ ਲੋਕੋ, ਕਦੀ ਤੁਸੀਂ ਦੇਖਿਆ ਹੋਵੇ ਕਿ ਪੁਰਾਣੇ ਸਮਿਆਂ ਦੀ ਗੱਲ ਬਾਬਾ ਫਰੀਦ ਸਾਹਿਬ ਨੇ ਕੀਤੀ, ਉਦੋਂ ਇਹ ਢੰਗ ਤਰੀਕਾ ਇਹ ਹੁੰਦਾ ਸੀ ਕਿ ਇੱਕ ਸਾਂਝੀ ਜਗ੍ਹਾ ਦੇ ਉੱਤੇ ਇੱਕ ਘੜਿਆਲ ਤੋਂ ਭਾਵ ਹੈ ਵੱਡਾ ਸਾਰਾ ਲੋਹੇ ਦਾ ਜਿਹੜਾ ਇੱਕ ਟੰਗਿਆ ਜਾਂਦਾ ਸੀ, ਥਾਲ ਵਰਗੀ ਜਿਹੜੀ ਪਲੇਟ ਹੁੰਦੀ ਸੀ, ਤੇ ਉਹਨੂੰ ਟੰਗਿਆ ਹੋਣਾ ਇੱਕ ਜਗ੍ਹਾ ਦੇ ਉੱਤੇ। ਤੇ ਉਸ ਹਿਸਾਬ ਦੇ ਨਾਲ ਜਿਹੜਾ ਉਦੋਂ ਤਰੀਕਾ ਸੀ, ਢੰਗ ਤਰੀਕਾ ਸੀ ਟਾਈਮ ਦੇਖਣ ਦਾ, ਉਹਦੇ ਮੁਤਾਬਿਕ ਇੱਕ ਬੰਦੇ ਦੀ ਡਿਊਟੀ ਲੱਗੀ ਹੁੰਦੀ ਸੀ ਕਿ ਤੂੰ ਹਰ ਪੈਰ ਤੇ ਜਾ ਕੇ ਇਸ ਘੜਿਆਲ ਦੇ ਉੱਤੇ ਤੂੰ ਜਿਹੜਾ ਜ਼ੋਰ ਦੇ ਨਾਲ ਹਥੌੜਾ ਮਾਰਨਾ ਹੈ, ਤਾਂ ਕਿ ਪਤਾ ਚੱਲ ਜਾਏਗਾ ਕਿ ਹੁਣ ਇਹਦਾ ਇਤਨਾ ਸਮਾਂ ਹੋ ਗਿਆ। ਜਿੰਨਾ ਜਿੰਨਾ ਟਾਈਮ ਹੋਣਾ ਉਸ ਟਾਈਮ ਦੇ ਨਾਲ ਉਹ ਜਾ ਕੇ ਘੜਿਆਲ ਦੇ ਉੱਤੇ ਜ਼ੋਰ ਦੇ ਨਾਲ ਜਿਹੜਾ ਸੀ ਉਹਦੇ ਉੱਤੇ ਹਥੌੜਾ ਮਾਰਨਾ, ਉਹਦੀ ਆਵਾਜ਼ ਪੂਰੇ ਸ਼ਹਿਰ ਵਿੱਚ, ਪੂਰੇ ਇਲਾਕੇ ਵਿੱਚ ਸੁਣਾਈ ਦੇਣੀ, ਤੇ ਲੋਕਾਂ ਨੂੰ ਪਤਾ ਚੱਲ ਜਾਂਦਾ ਸੀ ਵੀ ਇੰਨਾ ਟਾਈਮ ਹੋ ਗਿਆ। ਇਹ ਉਸ ਟਾਈਮ ਦਾ ਢੰਗ ਤਰੀਕਾ ਸੀ। ਬਾਬਾ ਫਰੀਦ ਸਾਹਿਬ ਨੇ ਉਹਦੇ ਤੋਂ ਕੀ ਸਿੱਖਿਆ ਲਈ? ਕਹਿਣ ਲੱਗੇ ਦੇਖੋ ਜਿਹੜਾ ਘੜਿਆਲ ਹੈ ਵਿਚਾਰਾ ਸਾਰਾ ਦਿਨ ਹਥੌੜੇ ਖਾਂਦਾ ਹੈ, ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਨੇ ਗੁਨਾਹ ਤੇ ਕੋਈ ਨਹੀਂ ਕੀਤਾ, ਸਾਰਾ ਦਿਨ ਹਥੌੜੇ ਖਾ ਰਿਹਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਐ ਮਨੁੱਖ, ਤੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਗੁਨਾਹ ਕਰਦਾ, ਉਹ ਬੇਦੋਸ਼ਾ ਹੀ ਵਿਚਾਰਾ ਮਾਰ ਖਾਈ ਜਾਂਦਾ, ਤੇਰਾ ਦੋਸ਼ੀ ਦਾ ਕੀ ਹਾਲ ਬਣੇਗਾ। ਉੱਥੇ ਬਾਬਾ ਫਰੀਦ ਸਾਹਿਬ ਜੀ ਨੇ ਬੜਾ ਪਿਆਰਾ ਸ਼ਬਦ ਕਿਹਾ ਆਪਣੇ ਸ਼ਲੋਕਾਂ ਵਿੱਚ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਉਹ ਜਿਹੜਾ ਘੜਿਆਲ ਦੇ ਉੱਤੇ ਘੜੀਏ ਮਾਰੀਏ ਪਹਿਰੀ ਮਿਲੇ ਸਜਾਏ, ਉਹਨੂੰ ਵਿਚਾਰੇ ਨੂੰ ਸਜ਼ਾ ਮਿਲਦੀ, ਹਰ ਪੈਰ ਤੇ ਜਾ ਕੇ ਉਸ ਨੂੰ ਹਥੌੜਾ ਮਾਰਿਆ ਜਾਂਦਾ ਹੈ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਉਸ ਘੜਿਆਲ ਵੱਲੇ ਵੇਖ ਕੇ ਕਹਿੰਦੇ ਤੁਸੀਂ ਸਿੱਖਿਆ ਲੈ ਲਓ, ਇਹ ਨਿਰਦੋਸ਼ਾ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ। ਕਹਿੰਦੇ ਉਹ ਤਾਂ ਨਿਰਦੋਸ਼ ਹੀ ਵਿਚਾਰਾ ਜਿਹੜਾ ਹੈ ਉਹਦੇ ਤੇ ਮਾਰ ਪੈ ਰਹੀ ਹੈ, ਪਰ ਜਿਹੜਾ ਜੀਵ ਖੁਦ ਦੋਸ਼ੀ ਹੈ ਕਹਿੰਦੇ ਉਹਦਾ ਕੀ ਹਾਲ ਹੋਏਗਾ, ਉਹਨੂੰ ਕਿੰਨੀਆਂ ਕੁ ਸਜ਼ਾਵਾਂ ਮਿਲਣਗੀਆਂ ਜੇ ਉਹ ਬੇਦੋਸ਼ੇ ਦਾ ਹੀ ਇਹ ਹਾਲ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਸਾਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਹੈ ਸੰਸਾਰ ਦੇ ਲੋਕੋ, ਜੇ ਤੁਸੀਂ ਆਪਣਾ ਜੀਵਨ ਸੁਖੀ ਕਰਨਾ ਚਾਹੁੰਦੇ ਹੋ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਢੰਗ ਵੀ ਦੱਸਦੇ ਨੇ। ਪਹਿਲਾਂ ਸਾਹਿਬ ਨੇ ਪਹਿਲੀ ਪੰਕਤੀ ਵਿੱਚ ਕਹਿ ਦਿੱਤਾ ਕਿ ਇੱਕ ਨਾ ਗਲੀ ਜੰਜੀਰ ਬੰਦ ਰਬਾਣੀਐ। ਬੰਨੇ ਗਏ ਸਤਿਗੁਰੂ ਮਹਾਰਾਜ ਜੀ ਕਹਿੰਦੇ ਸੰਗਲਾਂ ਦੇ ਨਾਲ ਬੰਦੀ ਖਾਨੇ ਵਿੱਚ ਕੈਦ ਕਰ ਦਿੱਤੇ ਗਏ, ਪਰ ਸਾਹਿਬ ਜੀ ਕਹਿੰਦੇ ਹੁਣ ਛੁੱਟਣਾ ਚਾਹੁੰਦੇ ਐ, ਹੁਣ ਉੱਥੋਂ ਛੁਟਕਾਰਾ ਚਾਹੁੰਦੇ ਐ। ਤੇ ਛੁਟਕਾਰਾ ਕਿਵੇਂ ਹੋ ਸਕਦਾ ਹੈ? ਸਾਹਿਬ ਕਹਿੰਦੇ ਬੱਧੇ ਛੁਟਹਿ ਸੱਚ ਸੱਚ ਪਛਾਣੀਐ। ਹੁਣ ਵੇਖੋ ਅਸੀਂ ਕਈ ਵਾਰ ਕਹਿ ਤਾਂ ਦਿੰਦੇ ਆ ਕਿ ਦੇਖੋ ਜੀ ਗੁਰਬਾਣੀ ਦਾ ਕਾਹਦਾ ਵਿਆਕਰਨ ਹੈ, ਗੁਰਬਾਣੀ ਨੂੰ ਵਿਆਕਰਨ ਦੇ ਨਾਲ ਅਸੀਂ ਨਹੀਂ ਲੈ ਸਕਦੇ। ਹੁਣ 2 ਵਾਰ ਮੈਂ ਸ਼ਬਦ ਪੜ੍ਹਿਆ ਸੱਚ ਸੱਚ ਪਛਾਣੀਏ। ਇੱਕ ਜਿਹੜਾ ਸੱਚ ਹੈ ਉਹਦੇ ਚੱਚੇ ਨੂੰ ਸਿਹਾਰੀ ਹੈ, ਦੂਜੇ ਦੇ ਜਿਹੜਾ ਚੱਚਾ ਹੈ ਉਹਦੇ ਔਂਕੜ ਹੈ। ਅਰਥ ਇਹਦੇ ਅਲੱਗ-ਅਲੱਗ ਬਣ ਗਏ, ਅਲੱਗ-ਅਲੱਗ ਅਰਥ ਹੋ ਗਏ। ਇੱਕ ਦਾ ਅਰਥ ਹੋ ਗਿਆ, ਪਹਿਲੇ ਸੱਚ ਦਾ ਅਰਥ ਹੋ ਗਿਆ ਨਾਮ ਰਾਹੀਂ, ਕਿਉਂਕਿ ਚੱਚੇ ਨੂੰ ਸਿਹਾਰੀ ਆ ਗਈ। ਪਹਿਲੇ ਦਾ ਅਰਥ ਹੋ ਗਿਆ ਨਾਮ ਰਾਹੀਂ, ਦੂਜੇ ਦਾ ਅਰਥ ਹੋ ਗਿਆ ਨਾਮ ਕਿਹੜਾ? ਉਹਦਾ ਨਾਮ ਜਿਹੜਾ ਸਦੀਵੀ ਪਰਮਾਤਮਾ ਰਹਿਣ ਵਾਲਾ। ਇਸ ਤਰ੍ਹਾਂ ਗੁਰਬਾਣੀ ਨੂੰ ਸਾਨੂੰ ਜਿਹੜਾ ਵਿਆਕਰਨ ਹੀ ਸਮਝਾਉਂਦਾ ਹੈ ਕਿ ਗੁਰਬਾਣੀ ਦੇ ਅਰਥ ਕੀ ਬਣਦੇ ਨੇ, ਕਿਉਂਕਿ ਜਿਹੜੀਆਂ ਲਗਾ ਮਾਤਰਾ ਨੇ ਇਹਦੇ ਰਾਹੀਂ ਸਾਡੇ ਜਿਹੜੇ
ਅਰਥ ਨੇ ਉਹ ਸਪਸ਼ਟ ਹੁੰਦੇ ਨੇ। ਤੋ ਸਾਹਿਬ ਜੀ ਕਿਰਪਾ ਕਰਦੇ ਨੇ, ਪਹਿਲੇ 'ਚ ਆ ਗਿਆ ਸਤਿਗੁਰੂ ਕਹਿੰਦੇ ਨੇ ਜੇ ਜੀਵ ਤੂੰ ਛੁੱਟਣਾ ਚਾਹੁੰਦਾ ਹੈ ਫਿਰ ਨਾਮ ਨਾਲ ਜੁੜ। ਤੇ ਕਿਹੜੇ ਨਾਮ ਨਾਲ? ਜਿਹੜਾ ਨਾਮ ਉਸ ਪਰਮਾਤਮਾ ਸੱਚੇ ਦਾ ਨਾਮ ਹੈ, ਜੋ ਸਦੀਵੀ ਰਹਿਣ ਵਾਲਾ ਪਰਮਾਤਮਾ ਹੈ, ਜਿਹਦੇ ਬਾਰੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿਹਾ ਗਿਆ। ਉਸ ਸੱਚੇ ਦੇ ਨਾਮ ਨਾਲ ਜੇ ਤੂੰ ਜੁੜ ਜਾਵੇਂ ਤਾਂ ਤੇਰੇ ਇਹ ਜਿਹੜੇ ਸੰਗਲ ਨੇ ਟੁੱਟ ਸਕਦੇ ਆ, ਤੂੰ ਛੁੱਟ ਸਕਦਾ ਹੈ। ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗਵਾਲੀਅਰ ਭੇਜਿਆ ਗਿਆ ਤੇ ਉਹ ਵੀ ਇੱਕ ਬੰਦੀ ਖਾਨੇ ਦੇ ਕੈਦ ਵਿੱਚ ਰਾਜੇ ਉੱਥੇ ਸਨ। ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਗਏ ਤੇ ਉਹ ਜਿਹੜੇ ਕੈਦੀ ਸਨ, ਕੈਦ ਹੋਏ, ਜਿਨ੍ਹਾਂ ਨੂੰ ਆਸ ਹੀ ਕੋਈ ਨਹੀਂ ਸੀ ਛੁੱਟਣ ਦੀ ਵੀ ਅਸੀਂ ਇੱਥੋਂ ਛੁੱਟ ਸਕਦੇ ਹਾਂ, ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਦੋਂ ਉਹਨਾਂ ਨੇ ਰਹਿ ਕੇ ਗੁਰੂ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਧਾਰਨ ਕਰ ਲਿਆ, ਗੁਰੂ ਜੀ ਦੀ ਸਿੱਖਿਆ ਨੂੰ ਪੂਰਨ ਤੌਰ 'ਤੇ ਮਨ ਵਿੱਚ ਵਸਾ ਲਿਆ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਗਵਾਲੀਅਰ ਦਾ ਕਿਲ੍ਹਾ ਛੱਡਣ ਲੱਗੇ, ਇਹਨਾਂ ਨੇ ਕਿਹਾ ਮਹਾਰਾਜ ਸਾਡਾ ਕਿਵੇਂ ਉਧਾਰ ਹੋਏਗਾ? ਮਹਾਰਾਜ ਸਾਨੂੰ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਛੁਡਾ ਸਕਦਾ। ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਘਬਰਾਓ ਨਾ, ਅਸੀਂ ਤੁਹਾਨੂੰ ਬਾਹਰ ਕੱਢ ਕੇ ਹੀ ਜਾਵਾਂਗੇ, ਛੁਡਾ ਕੇ ਹੀ ਜਾਵਾਂਗੇ, ਘਬਰਾਓ ਨਾ। ਜੇ ਇੰਨਾ ਸਮਾਂ ਤੁਸੀਂ ਸਾਡੀ ਸੰਗਤ ਮਾਣੀ ਹੈ ਤੇ ਉਹ ਗੁਰੂ ਹੀ ਕੀ ਹੋਇਆ ਜੇ ਬੰਦੀ ਖਾਨੇ ਦੇ ਕੈਦ ਵਿੱਚੋਂ ਜੀਵਾਂ ਨੂੰ ਬਚਾਵੇ ਨਾ। ਆਇਆ ਹੀ ਗੁਰੂ ਇਸੇ ਵਾਸਤੇ ਸੰਸਾਰ ਉੱਤੇ ਹੈ ਕਿ ਸੰਸਾਰ ਰੂਪੀ ਬੰਧਨਾਂ ਵਿੱਚੋਂ ਕੱਢਣ ਵਾਸਤੇ। ਸਾਹਿਬ ਕਹਿੰਦੇ ਘਬਰਾਉਣਾ ਨਹੀਂ, ਤੁਹਾਨੂੰ ਇਸ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਮੈਂ ਸਭ ਨੂੰ ਰਿਹਾ ਕਰਾਉਣਾ ਹੈ। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਜਹਾਂਗੀਰ ਬਾਦਸ਼ਾਹ ਨੂੰ ਸੁਨੇਹਾ ਭੇਜਿਆ ਕਿ ਜੇ ਮੈਂ ਜਾਣਾ ਹੈ ਤਾਂ ਮੈਂ ਇਕੱਲੇ ਨਹੀਂ, ਮੇਰੇ ਨਾਲ ਇਹ 52 ਰਾਜੇ ਵੀ ਜਾਣਗੇ। ਪਿਆਰਾ ਸਿੰਘ ਪਦਮ ਨੇ 101 ਰਾਜੇ ਦਾ ਜ਼ਿਕਰ ਕੀਤਾ। ਖੈਰ 52 ਉਹ ਸੀ ਜਿਹੜੇ ਆਸ ਕੋਈ ਨਹੀਂ ਛੁੱਟਣ ਦੀ, ਤੇ ਬਾਕੀ ਜਿਹੜੇ ਸਨ ਉੱਥੋਂ ਉਹ ਸੀ ਜਿਹੜੇ ਛੋਟੀਆਂ ਕੈਦਾਂ ਵਾਲੇ ਸਨ, ਭਾਵ ਜਿਨ੍ਹਾਂ ਉੱਤੇ ਜਿਹੜਾ ਅਤਿਆਚਾਰ ਜ਼ੁਲਮ ਜ਼ਿਆਦਾ ਨਹੀਂ ਸੀ ਹੁੰਦਾ। ਛੋਟੀਆਂ ਕੈਦਾਂ ਵਾਲੇ ਉਹ ਦੂਜੇ ਜਿਹੜੇ ਸੀ ਉਹਨਾਂ ਨੂੰ ਕੋਈ ਆਸ ਨਹੀਂ ਛੁੱਟਣ ਦੀ, ਜਿਹੜੇ 52 ਸਨ। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ 52 ਕਲੀਆਂ ਵਾਲਾ ਚੋਲਾ ਮੰਗਵਾਇਆ ਤੇ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਵੀ ਸਾਰੇ ਜਾਣੇ ਪੱਲਾ ਫੜ ਲਓ। ਹੁਣ ਜਿਹੜਾ ਪੱਲਾ ਫੜ ਲਏਗਾ ਉਹ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿੰਦੇ ਇਸ ਕੈਦ ਵਿੱਚੋਂ ਬਾਹਰ ਨਿਕਲ ਜਾਏਗਾ। ਮੈਂ ਇਸ ਸ਼ਬਦ ਨੂੰ ਇਹ ਵੀ ਪ੍ਰਤੀਕ ਮੰਨਦਾ, ਇਹ ਤਾਂ ਹੋ ਗਿਆ ਨਾ ਬਾਹਰੀ ਤੌਰ ਤੇ ਸਾਡੇ ਸਾਹਮਣੇ ਹੈ ਕਿ ਗੁਰੂ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਾਜਿਆਂ ਨੂੰ ਰਿਹਾ ਕਰਾਇਆ, ਤਾਂ ਗੱਲ ਸਪਸ਼ਟ ਹੈ, ਇਹ ਤਾਂ ਇਤਿਹਾਸ ਸਾਹਮਣੇ ਹੈ। ਪਰ ਜਦੋਂ ਅਸੀਂ ਗੁਰਬਾਣੀ ਦੇ ਸ਼ਬਦ ਲਵਾਂਗੇ ਕਿ ਬੰਦੀ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਉਹ ਜਦੋਂ ਸ਼ਬਦ ਲਵਾਂਗੇ, ਜਾਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਪੜਾਂਗੇ ਕਿ ਸਤਿਗੁਰੂ ਮਹਾਰਾਜ ਜੀ ਬੰਧਨ ਕੱਟਣ ਵਾਲੇ ਹੈ, ਉੱਥੇ ਫਿਰ ਇਹ ਕਹਿਣਾ ਪਏਗਾ ਜਿਵੇਂ ਬਾਹਰੀ ਤੌਰ ਤੇ ਉਹਨਾਂ ਰਾਜਿਆਂ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਪੱਲਾ ਫੜਿਆ ਤਾਂ ਬਾਹਰ ਗਏ, ਜੇ ਪੱਲਾ ਨਾ ਫੜਦੇ ਤਾਂ ਬਾਹਰ ਨਹੀਂ ਸੀ ਜਾਣੇ। ਸਾਨੂੰ ਇਹ ਸਮਝਣਾ ਪਏਗਾ ਅਸੀਂ ਜੇ ਔਗਣਾਂ ਦੇ ਬੰਧਨ ਤੋਂ ਮੁਕਤ ਹੋਣਾ ਹੈ ਤੇ ਸ਼ਬਦ ਦਾ ਪੱਲਾ ਫੜਨਾ ਪਏਗਾ। ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਵੀ ਕਹੇ ਨੇ ਗੁਰਬਾਣੀ ਵਿੱਚ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਹਮ ਅੰਦਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ। ਪਾਲੀ ਦਾ ਅਰਥ ਹੈ ਪੱਲਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਹੇ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਆਪਣਾ ਪੱਲਾ ਫੜਾ ਤਾਂ ਕਿ ਅਸੀਂ ਇਸ ਕੈਦ ਵਿੱਚੋਂ ਬਾਹਰ ਨਿਕਲੀਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਕਹਿੰਦੇ ਬੱਧੇ ਛੁੱਟ ਹੈ ਸੱਚ ਸੱਚ ਪਛਾਣੀਐ। ਜਿਨ੍ਹਾਂ ਨੇ ਨਾਮ ਨਾਲ ਜੁੜ ਕੇ ਉਹ ਜਿਹੜਾ ਪਰਮਾਤਮਾ ਸਦੀਵੀ ਪਰਮਾਤਮਾ ਹੈ, ਉਹ ਸੱਚ ਰੂਪ ਪਰਮਾਤਮਾ ਨੂੰ ਜਿਨ੍ਹਾਂ ਨੇ ਪਹਿਚਾਨ ਲਿਆ, ਭਾਵ ਜਿਨ੍ਹਾਂ ਨੇ ਸਾਂਝ ਪਾ ਲਈ, ਸਤਿਗੁਰੂ ਜੀ ਕਹਿੰਦੇ ਉਹਨਾਂ ਜੀਵਾਂ ਦਾ ਛੁਟਕਾਰਾ ਹੋ ਗਿਆ। ਤੇ ਸਾਹਿਬ ਕਿਰਪਾ ਕਰਦੇ ਨੇ ਲਿਖਿਆ ਪੱਲੇ ਪਾਏ ਸੋ ਸੱਚ ਜਾਣੀਐ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਭਾਈ ਲਿਖਿਆ ਪੱਲੇ ਪਾਏ ਤੋਂ ਭਾਵ ਹੈ ਜੋ ਜੀਵ ਕਰਦਾ ਹੈ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਫੈਸਲਾ ਹੈ। ਸਾਹਿਬ ਜੀ ਕਹਿੰਦੇ ਨੇ ਕਰਮੀ ਕਰਮੀ ਹੋਏ ਵਿਚਾਰ, ਜਾਂ ਸਤਿਗੁਰੂ ਜੀ ਦਾ ਬਚਨ ਇਹ ਵੀ ਆਉਂਦਾ ਹੈ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਸਤਿਗੁਰੂ ਮਹਾਰਾਜ ਕਹਿੰਦੇ ਲਿਖੇ ਦੇ ਹਿਸਾਬ ਨਾਲ ਜੋ ਕੁਝ ਜੀਵ ਤੂੰ ਲਿਖ ਰਿਹਾ ਨਾ, ਇਹ ਸਾਰੇ ਦੇ ਸਾਰੇ ਲੇਖ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਉਹੀ ਕੁਝ ਪੱਲੇ ਪੈਂਦਾ ਹੈ, ਭਾਵ ਉਹੀ ਕੁਝ ਮਿਲਦਾ ਹੈ ਜੋ ਜੀਵ ਜਗਤ ਸੰਸਾਰ ਵਿੱਚ ਕਰਦਾ ਹੈ। ਤਾਂ ਸਾਹਿਬ ਜੀ ਕਹਿੰਦੇ ਨੇ ਪ੍ਰਭੂ ਪਰਮਾਤਮਾ ਦਾ ਇੱਕ ਨਿਯਮ ਹੈ, ਜਿਹੜਾ ਦਾ ਕਾਨੂੰਨ ਹੈ ਉਹ ਇਹੀ ਬਣਿਆ ਹੋਇਆ ਸੱਚ ਜਾਣੀਏ। ਸੱਚੇ ਪਰਮਾਤਮਾ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਕਿ ਜਿਹੜਾ ਜੋ ਕੁਝ ਜੀਵ ਕਰਦਾ ਉਹਦੇ ਮੁਤਾਬਕ ਸਾਹਿਬ ਜੀ ਕਹਿੰਦੇ ਨੇ
ਚੰਗਿਆਈ ਕਰੇਗਾ ਤੇ ਚੰਗੇ ਗੁਣ ਕਰਨ ਦੇ ਨਾਲ ਪਰਮਾਤਮਾ ਦੇ ਨੇੜੇ ਹੁੰਦਾ ਜਾਂਦਾ। ਜਿੰਨੇ ਔਗਣ ਕਰੀ ਜਾਂਦਾ ਹੈ ਪਰਮਾਤਮਾ ਤੋਂ ਦੂਰ ਹੋਈ ਜਾਂਦਾ ਹੈ। ਸਾਹਿਬ ਜੀ ਕਹਿੰਦੇ ਉਹੀ ਕੁਝ ਮਿਲਦਾ ਜੀਵ ਨੂੰ, ਪੱਲੇ ਉਹੀ ਪੈਂਦਾ ਹੈ ਜੋ ਜੀਵ ਆਪਣੀ ਜ਼ਿੰਦਗੀ ਵਿੱਚ ਕਮਾ ਰਿਹਾ ਹੈ। ਤੋ ਸਾਹਿਬ ਕਹਿੰਦੇ ਹੁਕਮੀ ਹੋਏ ਨਬੇੜ ਗਿਆ ਜਾਣੀਐ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਵੀ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਨਬੇੜ ਦਾ ਅਰਥ ਕੀਤਾ ਵਿਦਵਾਨਾਂ ਨੇ ਨਿਆਂ। ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਸਭ ਦੇ ਨਾਲ ਨਿਆਂ ਕਰਦਾ ਹੈ। ਉਹਦੇ ਘਰ ਵਿੱਚ, ਉਹਦੇ ਦਰਬਾਰ ਵਿੱਚ ਕੋਈ ਇਹ ਨਹੀਂ ਕਹਿ ਸਕਦਾ ਕਿ ਮੇਰੇ ਨਾਲ ਬੇਇਨਸਾਫੀ ਹੋਈ ਹੈ। ਸੰਸਾਰ ਵਿੱਚ ਤਾਂ ਹੋ ਸਕਦਾ ਹੈ, ਇੱਥੇ ਤਾਂ ਬੇਇਨਸਾਫੀਆਂ ਹੋ ਸਕਦੀਆਂ ਨੇ, ਪਰ ਪ੍ਰਭੂ ਦੇ ਦਰਬਾਰ ਵਿੱਚ ਬੇਇਨਸਾਫੀ ਨਹੀਂ, ਉੱਥੇ ਬਿਲਕੁਲ ਇਨਸਾਫ ਹੁੰਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਹੁਕਮੀ ਹੋਏ ਨਬੇੜ, ਪ੍ਰਭੂ ਦੇ ਹੁਕਮ ਦੇ ਵਿੱਚ ਨਿਆਂ ਹੁੰਦਾ ਹੈ। ਤੇ ਸਾਹਿਬ ਕਹਿੰਦੇ ਗਏ ਜਾਣੀਏ, ਪਰ ਇਹ ਗੱਲ ਕਦੋਂ ਸਮਝ ਆਉਂਦੀ ਹੈ? ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਇਹ ਸਮਝ ਉਦੋਂ ਆਉਂਦੀ ਜੀਵ ਨੂੰ ਜਦੋਂ ਜੀਵ ਗਿਆ ਜਾਣੀਆਂ ਦਾ ਮਤਲਬ ਜਦੋਂ ਬਿਲਕੁਲ ਜੀਵ ਮੌਤ ਦੇ ਕੰਢੇ ਉੱਤੇ ਹੁੰਦਾ ਹੈ ਨਾ, ਉਦੋਂ ਇਸ ਗੱਲ ਦੀ ਅਸਲ 'ਚ ਸਮਝ ਪੈਂਦੀ ਹੈ ਬੰਦੇ ਨੂੰ ਕਿ ਜੋ ਕੁਝ ਮੈਂ ਕਰ ਰਿਹਾ ਇਹ ਤਾਂ ਪ੍ਰਭੂ ਦੇ ਫਿਰ ਹੁਕਮ ਵਿੱਚ ਮੈਨੂੰ ਜੋ ਕੁਝ ਮਿਲਣਾ ਸੀ ਮਿਲ ਗਿਆ। ਸਾਹਿਬ ਕਹਿੰਦੇ ਉਸ ਵੇਲੇ ਜਦੋਂ ਅੰਤਲੇ ਸਵਾਸਾਂ ਤੇ ਜੀਵ ਹੁੰਦਾ ਹੈ ਉਦੋਂ ਇਹ ਗੱਲ ਜੀਵ ਨੂੰ ਸਮਝ ਆਉਂਦੀ ਹੈ ਕਿ ਜੋ ਕੁਝ ਜ਼ਿੰਦਗੀ 'ਚ ਕੀਤਾ ਹੈ, ਜੋ ਮੈਨੂੰ ਗੁਰੂ ਕਹਿੰਦਾ ਰਿਹਾ ਉਹ ਮੈਂ ਨਹੀਂ ਕੀਤਾ, ਪਰ ਆਪਣੀਆਂ ਮਨ ਦੀਆਂ ਮਰਜ਼ੀਆਂ ਕਰਦਾ ਰਿਹਾ। ਸਾਹਿਬ ਕਹਿੰਦੇ ਉਦੋਂ ਜੀਵ ਦੀ ਫਿਰ ਅੱਖ ਉਗੜਦੀ ਹੈ। ਸਾਹਿਬ ਕਹਿੰਦੇ ਭਵ ਜਲ ਤਾਰਨ ਹਾਰ ਸ਼ਬਦ ਪਛਾਣੀਐ। ਜੇ ਕਿਤੇ ਇਹ ਜੀਵ ਨੂੰ ਸਮਝ ਆ ਜਾਏ ਕਿ ਇਸ ਭਵਜਲ ਨੂੰ ਤਰਨਾ ਹੈ ਤਾਂ ਸ਼ਬਦ ਦੁਆਰਾ, ਸ਼ਬਦ ਰਾਹੀਂ। ਸਾਹਿਬ ਜੀ ਕਹਿੰਦੇ ਨੇ ਜੇ ਇਸ ਸੰਸਾਰ ਸਾਗਰ ਨੂੰ ਤਰਨਾ ਹੈ ਤਾਂ ਗੁਰੂ ਦੇ ਸ਼ਬਦ ਰਾਹੀਂ ਤਰਿਆ ਜਾ ਸਕਦਾ, ਕਿਉਂਕਿ ਗੁਰੂ ਦਾ ਸ਼ਬਦ ਹੀ ਜਹਾਜ਼ ਦੀ ਤਰ੍ਹਾਂ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਬਚਨ ਵੀ ਕੀਤੇ ਨੇ ਬਾਣੀ ਵਿੱਚ। ਸਾਹਿਬ ਕਹਿੰਦੇ ਸਤਿਗੁਰ ਬੋਹਿਤ ਹਰ ਨਾਮ ਹੈ, ਗੁਰੂ ਦਾ ਨਾਮ ਹੀ ਜਹਾਜ਼ ਹੈ। ਕਿਤ ਬਿਧ ਚੜਿਆ ਜਾਏ, ਕਿਹੜਾ ਤਰੀਕਾ ਜਿਹੜਾ ਉਹਦੇ ਵਿੱਚ ਬੈਠਾ ਜਾਵੇ। ਗੁਰ ਕੈ ਭਾਣੈ ਜੋ ਚੱਲੇ ਵਿੱਚ ਬੋਹਿਤ ਬੈਠਾ ਆਏ। ਗੁਰੂ ਦੇ ਭਾਣੇ ਰਜ਼ਾ ਦੇ ਮੁਤਾਬਕ ਜਿਹੜਾ ਜੀਵ ਚੱਲਦਾ ਉਹ ਇਸ ਸਤਿਗੁਰੂ ਮਹਾਰਾਜ ਜੀ ਕਹਿੰਦੇ ਨਾਮ ਰੂਪੀ ਜਹਾਜ਼ ਵਿੱਚ ਬੈਠ ਜਾਂਦਾ। ਇਸ ਭਵਜਲ ਨੂੰ ਜੇ ਤਰਨਾ ਤੇ ਗੁਰੂ ਦੇ ਸ਼ਬਦ ਰਾਹੀਂ ਤਰਿਆ ਜਾ ਸਕਦਾ ਹੈ। ਸ਼ਬਦ ਰਾਹੀਂ ਸਾਂਝ ਬਣਦੀ ਪਰਮਾਤਮਾ ਦੇ ਨਾਲ। ਅਗਲੀਆਂ ਪੰਕਤੀਆਂ ਵਿੱਚ ਹੁਣ ਗੁਰੂ ਸਾਹਿਬ ਜੀ ਨੇ ਜੋ ਜ਼ਿਕਰ ਕੀਤਾ ਕਿ ਜਿਹੜਾ ਇਹ ਵਿਚਾਰ ਚੱਲਦੀ ਆਉਂਦੀ ਹੈ ਕਿ ਜੀਵ ਜਿਵੇਂ ਸੰਗਲਾਂ ਨਾਲ ਬੰਨ੍ਹਿਆ ਗਿਆ ਹੈ ਤੇ ਇਹਦੇ ਤੋਂ ਛੁੱਟ ਸਕਦਾ ਹੈ ਗੁਰੂ ਦੇ ਸ਼ਬਦ ਨਾਮ ਦੇ ਰਾਹੀਂ। ਹੁਣ ਸਤਿਗੁਰਾਂ ਨੇ ਪੰਜ ਵੱਡੇ ਔਗਣਾਂ ਦਾ ਇੱਥੇ ਜ਼ਿਕਰ ਕੀਤਾ ਹੈ। ਸਾਹਿਬ ਜੀ ਕਹਿੰਦੇ ਨੇ ਚੋਰ ਜਾਰ ਜੁਆਰ ਪੀੜੈ ਕਹਾਣੀਐ। ਤਿੰਨ ਪਹਿਲੀ ਪੰਕਤੀ 'ਚ ਆ ਗਏ, ਚੋਰੀ ਆ ਗਈ, ਯਾਰੀ ਭਾਵ ਕੇ ਵਾਸ਼ਨਾਵਾਂ ਦੀ ਗੱਲ ਆ ਗਈ, ਤੇ ਜੁਆਰ ਦਾ ਅਰਥ ਹੈ ਜੂਆ। ਤਿੰਨ ਵੱਡੇ ਔਗਣਾਂ ਦਾ ਪਹਿਲੀਆਂ ਪੰਕਤੀਆਂ 'ਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ। ਥੋੜ੍ਹਾ ਜਿਹਾ ਇਸ ਦੇ ਉੱਤੇ ਵਿਚਾਰ ਜ਼ਰੂਰੀ ਹੈ। ਚੋਰ ਤੋਂ ਕੀ ਭਾਵ ਹੈ? ਚੋਰ ਤੋਂ ਭਾਵ ਹੈ ਕਿ ਮਨੁੱਖ ਕਿਸੇ ਦੀ ਚੀਜ਼ ਨੂੰ ਚੁਰਾ ਕੇ, ਇਹ ਚੋਰੀ ਬਾਹਰੀ ਵੀ ਹੈ ਅੰਦਰ ਦੀ ਵੀ ਆਪਾਂ ਗੱਲ ਕਰਾਂਗੇ। ਪਹਿਲਾਂ ਤੇ ਬਾਹਰੀ ਚੋਰੀ ਨੂੰ ਥੋੜ੍ਹਾ ਜਿਹਾ ਸਮਝਣਾ ਹੈ। ਬਾਹਰੀ ਤੌਰ ਤੇ ਮਨੁੱਖ ਜਦੋਂ ਚੋਰੀ ਕਰਦਾ ਹੈ ਤਾਂ ਉਸ ਚੋਰੀ ਦੇ ਪਿੱਛੇ ਕੀ ਕਾਰਨ ਹੁੰਦਾ ਹੈ? ਚੋਰੀ ਪਿੱਛੇ ਕਾਰਨ ਹੁੰਦਾ ਕਿ ਬੰਦਾ ਇਹ ਚਾਹੁੰਦਾ ਹੈ ਕਿ ਮੇਰੇ ਕੋਲੇ ਜੋ ਕੁਝ ਮੈਂ ਕਰ ਰਿਹਾ ਉਹਦੇ ਮੁਤਾਬਕ ਮੇਰੇ ਕੋਲੇ ਜੋ ਹੋਣਾ ਚਾਹੀਦਾ ਉਹ ਹੈ ਨਹੀਂ। ਜੋ ਮੈਂ ਆਪਣੀ ਕਿਰਤ ਕਰਦਾ, ਕੰਮ ਕਾਰ ਕਰਦਾ, ਤੇ ਇਹਦੇ ਮੁਤਾਬਕ ਜੋ ਦੁਨੀਆ ਵਿੱਚ ਵੇਖਦਾ, ਦੁਨੀਆ 'ਚ ਦੇਖਦਾ, ਫਿਰ ਆਪਣੇ ਵੱਲੇ ਵੇਖਦਾ, ਕਹਿੰਦਾ ਫਲਾਣੇ ਕੋਲੇ ਇੰਨਾ ਕੁਝ ਆ ਗਿਆ, ਮੇਰੇ ਕੋਲੇ ਨਹੀਂ ਆਇਆ। ਉਹਦੇ ਵਾਸਤੇ ਫਿਰ ਬੰਦਾ ਢੰਗ ਗਲਤ ਲੱਭ ਲਿਆ। ਬਾਣੀ 'ਚ ਇੱਕ ਬਚਨ ਆਉਂਦਾ ਹੈ, ਐ ਰਖਵਾਦ ਨਾ ਕੀਜੈ ਰੇ ਮਨ, ਸੁਕਿਰਤ ਕਰ ਕਰ ਲੀਜੈ ਰੇ ਮਨ। ਸਤਿਗੁਰੂ ਕਹਿੰਦੇ ਨੇ ਭਾਈ ਈਰਖਾ ਨਾ ਕਰ, ਤੂੰ ਵੀ ਸੁਕਿਰਤ ਕਰਕੇ, ਤੂੰ ਵੀ ਕਿਰਤ ਕਰ ਕਰਕੇ ਤੂੰ ਵੀ ਉੱਥੇ ਤੱਕ ਪਹੁੰਚ ਜਾ, ਤੈਨੂੰ ਕੋਈ ਰੋਕਦਾ ਥੋੜ੍ਹਾ ਹੈ। ਹੁਣ ਇਹ ਚੋਰੀ ਤੋਂ ਭਾਵ ਕੀ ਹੈ ਕਿ ਬੰਦਾ ਚਾਹੁੰਦਾ ਕਿ ਜੋ ਕੁਝ ਗੁਆਂਢੀਆਂ ਕੋਲੇ ਹੈ ਜਾਂ ਰਿਸ਼ਤੇਦਾਰਾਂ ਕੋਲੇ ਹੈ ਜਾਂ ਸੱਜਣਾ ਮਿੱਤਰਾਂ ਦੋਸਤਾਂ ਕੋਲੇ ਹੈ ਉਹ ਮੇਰੇ ਕੋਲੇ ਕਿਉਂ ਨਹੀਂ। ਤੇ ਉਹਦੀ ਪ੍ਰਾਪਤੀ ਵਾਸਤੇ ਫਿਰ ਬੰਦੇ ਨੇ ਢੰਗ ਗਲਤ ਚੁਣ ਲਿਆ, ਤਰੀਕਾ ਗਲਤ ਚੁਣ ਲਿਆ, ਤਰੀਕਾ ਚੁਣ ਲਿਆ ਚੋਰੀ ਕਰਨੀ। ਹੁਣ ਲੋਕਾਂ ਦੇ ਘਰਾਂ ਵਿੱਚ ਜਾਵਾਂਗਾ, ਮਾਲ ਸਬਾਬ ਲੁੱਟਾਂਗਾ, ਚੋਰੀ ਕਰਾਂਗਾ, ਉਹ ਲਿਆ ਕੇ ਤੇ ਮੈਂ ਵੀ ਉਹਨਾਂ ਦੇ ਬਰਾਬਰ ਹੋ ਸਕਾਂ। ਤੇ ਕੋਸ਼ਿਸ਼ ਇਹ ਹੁੰਦੀ ਬਰਾਬਰ ਹੀ ਨਹੀਂ, ਉਹ ਤੋਂ ਵੱਧ ਹੋ ਸਕਾਂ। ਸਾਹਿਬ ਜੀ ਕਹਿੰਦੇ ਢੰਗ ਠੀਕ ਨਹੀਂ, ਢੰਗ ਗਲਤ ਚੁਣ ਲਿਆ ਬੰਦੇ ਨੇ। ਹੁਣ ਹੋਇਆ ਕਿ ਇਸ ਢੰਗ ਦੇ ਨਾਲ, ਤਰੀਕੇ ਦੇ ਨਾਲ ਬੰਦੇ ਨੇ ਜੋ ਕੁਝ ਕੀਤਾ, ਸਾਹਿਬ ਜੀ ਕਹਿੰਦੇ ਨੇ ਚਾਹਿਆ ਤੇ ਸੁੱਖਾਂ ਵਾਸਤੇ ਸੀ, ਬਣ ਗਿਆ ਦੁੱਖ ਦਾ ਕਾਰਨ। ਚਾਹੇ ਤੇ ਬੰਦੇ ਨੇ ਸੀ ਵੀ ਸੁੱਖ ਮਿਲ ਜਾਏਗਾ ਚੋਰੀ ਵਿੱਚੋਂ, ਪਰ ਮਿਲਿਆ ਦੁੱਖ ਹੀ। ਕਿਵੇਂ? ਚੋਰ ਪਕੜਿਆ ਗਿਆ ਤੇ ਸਿਆਣੇ ਕਹਿੰਦੇ ਨੇ ਚੋਰ ਨੂੰ ਚੋਰੀ ਕਰਦਾ ਨਹੀਂ ਵੇਖਣਾ ਚਾਹੀਦਾ, ਉਹਨੂੰ ਮਾਰ ਪੈਂਦੀ ਵੇਖਣੀ ਚਾਹੀਦੀ ਹੈ ਚੋਰ ਨੂੰ।
ਕਹਿੰਦੇ ਚੋਰ ਚੋਰੀ ਕਰਦਾ ਜਿਹੜਾ ਉਦੋਂ ਨਾ ਵੇਖੋ ਉਹਨੂੰ, ਕਹਿੰਦੇ ਜਦੋਂ ਮਾਰ ਪੈਂਦੀ ਫਿਰ ਵੇਖਣਾ ਚਾਹੀਦਾ ਉਹਦੀ ਹਾਲਤ ਕੀ ਹੁੰਦੀ ਹੈ। ਤੇ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸ਼ਬਦ ਆਉਂਦਾ ਹੈ, ਸਾਹਿਬ ਕਹਿੰਦੇ ਕਿਤੇ ਸੰਨੀ ਦੇ ਉੱਪਰ, ਸੰਨੀ ਦਾ ਮਤਲਬ ਸੰਨ ਜਦੋਂ ਲਾ ਰਿਹਾ ਉਦੋਂ ਕਿਤੇ ਫੜਿਆ ਜਾਵੇ ਚੋਰ, ਫਿਰ ਤਾਂ ਜੋ ਉਹਦੀ ਹਾਲਤ ਹੁੰਦੀ ਜਾਂ ਚੋਰ ਨੂੰ ਪਤਾ ਤੇ ਜਾਂ ਫਿਰ ਵੇਖਣ ਵਾਲਿਆਂ ਨੂੰ ਪਤਾ, ਦੂਜੇ ਨੂੰ ਨਹੀਂ ਪਤਾ ਇਹਦੇ ਬਾਰੇ। ਸਾਹਿਬ ਜੀ ਕਹਿੰਦੇ ਨੇ ਗੁਰਬਾਣੀ ਦੇ ਬੋਲ ਨੇ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਕਿੱਡਾ ਕੁ ਵੱਡਾ ਗੁਨਾਹ ਹੈ। ਸਤਿਗੁਰੂ ਮਹਾਰਾਜ ਜੀ ਇਸ ਤੋਂ ਰੋਕਦੇ ਹੋਇਆਂ ਕਹਿੰਦੇ ਨੇ ਚੋਰ ਕੀ ਹਾਮਾ ਭਰੈ ਨਾ ਕੋਏ। ਬਈ ਜੇ ਬੰਦੇ 10 ਖੜੇ ਹੋਣ ਤੇ ਉੱਥੇ ਵਿੱਚ ਚੋਰ ਖੜਾ ਹੋਵੇ ਤੇ ਉਹਨੂੰ ਆ ਕੇ 10 ਬੰਦੇ ਜਿਹੜੇ ਉਹਦੀ ਹਮਾਇਤ ਤੇ ਖੜ ਸਕਦਾ? ਇੱਥੋਂ ਤੱਕ ਪਰਿਵਾਰ ਦੇ ਜੀਅ ਵੀ ਹਮਾਇਤ ਨਹੀਂ ਜੇ ਕਰਦੇ। ਜੇ ਪਤਾ ਚੱਲ ਜੇ ਨਾ ਮੈਂ ਚੋਰੀ ਕੀਤੀ ਹੈ, ਉਹ ਕਹਿੰਦੇ ਦਫਾ ਹੋਣ ਦਿਓ, ਅਸੀਂ ਉੱਥੇ ਜਾਵਾਂਗੇ ਤੇ ਸਾਡੀ ਬੇਇੱਜ਼ਤੀ ਵੀ ਨਾਲ ਹੋ ਜਾਏਗੀ। ਪਰਿਵਾਰ ਦੇ ਜੀਅ ਵੀ ਨਹੀਂ ਉਸ ਟਾਈਮ ਤੇ ਉਹ ਵੀ ਉਹਦੀ ਹਾਮੀ ਨਹੀਂ ਭਰਦੇ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਚੋਰ ਕੀ ਹਾਮਾ ਭਰੇ ਨਾ ਕੋਈ। ਕਿਉਂ ਨਹੀਂ ਭਰਦੇ? ਕਿਉਂਕਿ ਚੋਰ ਕੀ ਆ ਚੰਗਾ ਕਿਉਂ ਹੋਏ, ਵੀ ਇਹਨੇ ਜਿਹੜਾ ਚੰਗਾ ਕੰਮ ਨਹੀਂ ਕੀਤਾ। ਸਾਹਿਬ ਕਹਿੰਦੇ ਚੋਰ ਸਲਾਹ ਹੈ ਚੀਤ ਨਾ ਭੀਜੈ। ਜੇ ਚੋਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੋਵੇ ਜੱਜ ਦੇ ਸਾਹਮਣੇ, ਤੇ ਉੱਥੇ ਕਹਿੰਦੇ ਨੇ ਜੇ ਉਹਦੀਆਂ ਸਿਫਤਾਂ ਦੇ ਪੁਲ ਕੋਈ ਬੰਨਣ ਲੱਗ ਪਵੇ ਵੀ ਇਹ ਬੜਾ ਵਧੀਆ ਬੰਦਾ ਜੀ, ਇਹ ਤਾਂ ਬਹੁਤ ਚੰਗਾ ਬੰਦਾ ਜੀ, ਇਹਦੇ ਕੱਪੜੇ ਵੇਖੋ ਬੜੇ ਸੋਹਣੇ ਜੀ, ਇਹਦੀਆਂ ਗੱਲਾਂ ਸੁਣੋ ਬੜੀਆਂ ਸੋਹਣੀਆਂ ਜੀ, ਇਹਦਾ ਰੂਪ ਰੰਗ ਵੇਖੋ ਬੜਾ ਸੋਹਣਾ ਜੀ, ਇਹ ਤਾਂ ਖਾਂਦਾ ਬੜਾ ਸੋਹਣਾ, ਕਹਿੰਦੇ ਕਿੰਨੀਆਂ ਵੀ ਉਹਦੀਆਂ ਸਿਫਤਾਂ ਉੱਥੇ ਪੁਲ ਬੰਨੇ ਜਾਣ। ਗੁਰੂ ਗ੍ਰੰਥ ਸਾਹਿਬ ਕਹਿੰਦੇ ਪਰ ਜੱਜ ਦਾ ਹਿਰਦਾ, ਉਹਦਾ ਚਿੱਤ ਉਹਨੂੰ ਨਹੀਂ ਭਿੱਜ ਸਕਦਾ, ਭਾਵ ਕਿ ਉਹਦੀ ਤਸੱਲੀ ਨਹੀਂ ਕੋਈ ਕਰਾ ਸਕਦਾ। ਉਹ ਕਹਿੰਦਾ ਮੈਂ ਬਾਹਰੀ ਗੱਲਾਂ ਦਾ ਇਹਦੇ ਨਾਲ ਕੋਈ ਮਤਲਬ ਨਹੀਂ ਹੈ, ਪਰ ਜੋ ਇਹਨੇ ਕੰਮ ਕੀਤਾ ਮਾੜਾ ਕੀਤਾ, ਇਸ ਕਰਕੇ ਇਹਨੂੰ ਸਜ਼ਾ ਮਿਲੇਗੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਹੋਰ ਵੀ ਬਚਨ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸਾਧ ਭਲੇ ਅੰਨ ਨਾਤਿਆਂ ਚੋਰ ਸੇ ਚੋਰਾ ਚੋਰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਰੱਬ ਦਾ ਪਿਆਰਾ ਗੁਰਮੁਖ ਭਈ ਉਹਨੇ ਇਸ਼ਨਾਨ ਨਹੀਂ ਵੀ ਕੀਤਾ, ਕਿਤੇ ਨਾ ਹੋ ਸਕਿਆ ਤਾਂ ਵੀ ਕੋਈ ਗੱਲ ਨਹੀਂ, ਪਰ ਚੋਰ ਜਿਹੜਾ ਹੈ ਉਹ ਭਾਵੇਂ ਧਾਰਮਿਕ ਸਥਾਨਾਂ 'ਤੇ ਜਾ ਕੇ ਉਹ ਸਾਰਾ ਦਿਨ ਭਾਵੇਂ ਸਰੋਵਰ ਚੁੱਭੀਆਂ ਹੀ ਮਾਰਦਾ ਰਹੇ, ਪਰ ਉਹਦੇ ਇਸ਼ਨਾਨ ਦਾ ਕੋਈ ਲਾਭ ਨਹੀਂ ਹੋਣਾ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਇੱਕ ਪਹਿਲਾ ਔਗਣ ਜਿਹਦੇ ਤੋਂ ਰੋਕਦੇ ਨੇ। ਸਤਿਗੁਰੂ ਕਹਿੰਦੇ ਚੋਰ ਜਿਹੜੀ ਹੈ, ਚੋਰੀ ਕਰਨੀ ਇਹ ਬੁਰਾ ਕੰਮ ਹੈ, ਇਹਦੇ ਤੋਂ ਜੀਵ ਨੂੰ ਬਚਣਾ ਚਾਹੀਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭੀਮੀਏ ਨੂੰ ਇਹ ਗੱਲ ਕਹੀ ਸੀ, ਭੀਮੀਆਂ ਬਈ ਚੋਰੀ ਕਰਨੀ ਬੰਦ ਕਰ ਦੇ। ਉਹਨੇ ਕਿਹਾ ਮਹਾਰਾਜ ਹੋ ਨਹੀਂ ਸਕਦੀ। ਤੇ ਗੁਰੂ ਸਾਹਿਬ ਨੇ ਕਿਹਾ 3 ਬਚਨ ਕਮਾਲਾ ਕਰਨੀ ਹੈ ਤੇ ਆਪੇ ਤੈਨੂੰ ਪਤਾ ਚੱਲ ਜਾਏਗਾ ਕਿ ਛੱਡਣ ਦਾ ਤਰੀਕਾ ਸੀ ਗੁਰੂ ਸਾਹਿਬ ਦਾ ਕਿ ਚੋਰੀ ਛਡਾਉਣੀ ਕਿਵੇਂ ਹੈ। ਗੁਰੂ ਸਾਹਿਬ ਕਹਿਣ ਲੱਗੇ ਇੱਕ ਤਾਂ ਇਹ ਕੰਮ ਆ ਵੀ ਝੂਠ ਨਾ ਬੋਲਣੀ, ਦੂਜਾ ਕਿ ਗਰੀਬ ਮਾਰ ਨਾ ਕਰੀ, ਤੀਜਾ ਹੈ ਕਿ ਲੂਣ ਖਾ ਕੇ ਹਰਾਮ ਨਾ ਕਰੀ। ਗੁਰੂ ਸਾਹਿਬ ਦੇ ਬਚਨਾਂ ਦੀ ਕਮਾਈ ਕਰਕੇ ਭੀਮੀਆਂ ਚੋਰੀ ਛੱਡ ਗਿਆ। ਉਹਨੇ ਚੋਰੀ ਕਰਨੀ ਛੱਡ ਦਿੱਤੀ। ਕਿਵੇਂ ਛੱਡ ਦਿੱਤੀ? ਰਾਜੇ ਦੇ ਘਰ ਗਿਆ, ਪੁੱਛਿਆ ਕੌਣ ਹੈ, ਕਹਿੰਦਾ ਚੋਰ ਆ, ਜਾਣ ਦਿੱਤਾ। ਸਮਾਨ ਸਾਰਾ ਬੰਨ ਲਿਆ, ਥੋੜ੍ਹਾ ਜਿਹਾ ਚੂਰਨ ਖਾਣ ਲੱਗਾ, ਉਹਦੇ ਵਿੱਚ ਨਮਕ ਸੀ। ਤੇ ਜਿਸ ਵੇਲੇ ਬਚਨ ਯਾਦ ਆ ਕੇ ਕਿ ਗੁਰੂ ਸਾਹਿਬ ਨੇ ਕਿਹਾ ਸੀ ਨਮਕ ਖਾ ਕੇ ਹਰਾਮ ਨਹੀਂ ਕਰਨਾ, ਸਾਰਾ ਕੁਝ ਛੱਡ ਕੇ ਆ ਗਿਆ। ਤੇ ਜਦੋਂ ਰਾਜੇ ਨੂੰ ਪਤਾ ਚੱਲਿਆ ਦਿਨੇ ਵੀ ਰਾਤ ਕੋਈ ਚੋਰੀ ਕਰਨ ਆਇਆ ਪਰ ਸਮਾਨ ਸਾਰਾ ਛੱਡ ਗਿਆ, ਉੱਥੇ ਗਰੀਬ ਮਾਰ ਹੋਣ ਲੱਗ ਪਈ। ਜਿੰਨੇ ਚੋਰ ਸੀ ਸਾਰੇ ਫੜੇ ਗਏ। ਜਦੋਂ ਕੋਈ ਘਟਨਾ ਵਾਪਰੇ 10 ਨੰਬਰੀ ਬਦਮਾਸ਼ ਸਾਰੇ ਇਕੱਠੇ ਕਰ ਲੈਂਦੀ ਪੁਲਿਸ, ਫਿਰ ਫੜ ਲਿਆਉਂਦੀ ਹੈ ਕਿ ਪਤਾ ਲੱਗ ਜੂ ਵੀ ਇਹ ਕੰਮ ਕਿਹਨੇ ਕੀਤਾ ਹੈ। ਸਾਰੇ ਫੜ ਲਏ। ਭੀਮੀ ਨੂੰ ਪਤਾ ਲੱਗਾ ਵੀ ਮਾਰ ਬੜੀ ਪੈ ਰਹੀ। ਤੀਜਾ ਬਚਨ ਯਾਦ ਆ ਗਿਆ, ਗਰੀਬ ਮਾਰ ਚਲਿਆ ਗਿਆ। ਰਾਜੇ ਨੂੰ ਕਹਿੰਦਾ ਚੋਰੀ ਮੈਂ ਕੀਤੀ। ਉਹ ਬੜਾ ਹੈਰਾਨ ਆ ਵੀ ਚੋਰ ਸਿੱਧਾ ਹੀ ਆ ਕੇ ਕਹਿੰਦਾ ਚੋਰੀ ਮੈਂ ਕੀਤੀ, ਪਰ ਜੇ ਤੂੰ ਚੋਰੀ ਕੀਤੀ ਛੱਡ ਕੇ ਕਿਉਂ ਗਿਆ? ਉਹਨੇ ਕਿਹਾ ਮੈਨੂੰ ਮੇਰੇ ਗੁਰੂ ਦਾ ਬਚਨ ਯਾਦ ਆ ਗਿਆ। ਤੇ ਉਹ ਰਾਜਾ ਕਹਿਣ ਲੱਗਾ ਮੈਂ ਹੈਰਾਨ ਆ, ਤੇਰੇ ਗੁਰੂ ਦਾ ਬਚਨ? ਕਿਹੜਾ ਤੇਰਾ ਗੁਰੂ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਰਾਜਾ ਕਹਿਣ ਲੱਗਾ ਤੇਰੇ ਰਾਹੀਂ ਮੈਂ ਵੀ ਉਸ ਗੁਰੂ ਦੇ ਦਰਸ਼ਨ ਕਰ ਲਵਾਂਗਾ। ਦੇਖੋ ਚੋਰ ਰਾਹੀਂ ਚੋਰ ਨੂੰ ਸੰਤ ਬਣਾ ਕੇ ਤੇ ਰਾਜੇ ਦਾ ਵੀ ਭਲਾ ਹੋ ਗਿਆ। ਇਹ ਹੈ ਹੁਣ ਹੋਇਆ ਕਿਵੇਂ? ਗੁਰੂ ਦਾ ਬਚਨ ਕਮਾਇਆ, ਬਚਨ ਯਾਦ ਆਇਆ ਉਸ ਟਾਈਮ ਤੇ ਇਸੇ ਨੂੰ ਅਸੀਂ ਕਹਿੰਦੇ ਗੁਰ ਕਾ ਜਿਹੜਾ ਬਚਨ ਹੈ ਨਾ, ਗੁਰੂ ਦਾ ਸ਼ਬਦ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਸੰਗ ਸਦਾ ਨਾਲੇ ਕੀ ਹੈ? ਜਦੋਂ ਕੋਈ ਬੰਦਾ ਬੁਰੇ ਕਰਮ ਕਰ ਲੱਗਦਾ, ਗੁਰੂ ਦਾ ਬਚਨ ਯਾਦ ਆ ਜਾਏ, ਸ਼ਬਦ ਯਾਦ ਆ ਜਾਏ ਤਾਂ ਛੁਟਕਾਰਾ ਹੋ ਸਕਦਾ। ਸਾਹਿਬ ਜੀ ਕਹਿੰਦੇ ਨੇ ਪਹਿਲੀ ਬਚਨ ਕੀਤਾ ਸਤਿਗੁਰੂ, ਕਹਿੰਦੇ ਚੋਰੀ ਭਾਵ ਕਿ ਇਹ ਬੁਰਾ ਕੰਮ ਹੈ, ਇਹਨੂੰ ਛੱਡੇ ਜੀਵ। ਅੱਗੇ ਹੈਗਾ ਯਾਰ। ਯਾਰ ਦਾ ਅਰਥ ਇੱਥੇ ਹੈ ਕਿ ਵਿਕਾਰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਵੀ ਇੱਕ ਬੜਾ ਵੱਡਾ ਔਗਣ ਹੈ, ਬੰਦੇ ਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ। ਜਿਹੜਾ ਜੀਵ ਵਾਸ਼ਨਾ ਦੇ ਅਧੀਨ ਹੋਇਆ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲੈਂਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹਦਾ ਅਰਥ ਕਰਾਂਗੇ ਆਚਰਣ, ਕਰੈਕਟਰ। ਜਿਹੜਾ ਬੰਦੇ ਦਾ, ਜਿਸ ਬੰਦੇ ਦਾ ਆਚਰਣ ਕੋਈ ਨਹੀਂ, ਜਿਸ ਬੰਦੇ ਦਾ ਕਰੈਕਟਰ ਹੀ ਕੋਈ ਨਹੀਂ ਹੈ, ਉਹ ਬੰਦਾ ਸਮਾਜ ਦੇ ਵਿੱਚ ਕਦੀ ਵੀ ਨਾ ਤੇ ਸਿਰ ਉੱਚਾ ਕਰਕੇ ਚੱਲ ਸਕਦਾ ਹੈ
ਤੇ ਨਾ ਹੀ ਉਹ ਬੰਦਾ ਸਮਾਜ ਦੇ ਵਿੱਚ ਕੋਈ ਮਾਨ ਇੱਜ਼ਤ ਪਾ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹਦੇ ਬਾਰੇ ਰੋਕਦਿਆਂ ਹੋਇਆਂ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਸ਼ਬਦ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਬੰਦਾ ਵਿਕਾਰੀ ਹੋਣ ਲੱਗਿਆ ਨਹੀਂ ਦੇਖਦਾ, ਉਸ ਟਾਈਮ ਤੇ ਉਹਦੀ ਮੱਤ ਉੱਤੇ ਪੜਦਾ ਪੈ ਜਾਂਦਾ ਹੈ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਪਰ ਜਦੋਂ ਉਸ ਬੰਦੇ ਨੂੰ ਉਸ ਕੀਤੇ ਹੋਏ ਗੁਨਾਹ ਦੀ ਸਜ਼ਾ ਮਿਲਦੀ ਹੈ ਉਸ ਟਾਈਮ ਤੇ ਉਹਨੂੰ ਪਤਾ ਲੱਗਦਾ ਵੀ ਇਹ ਮੈਨੂੰ ਸਜ਼ਾ ਇਸ ਕਰਕੇ ਮਿਲੀ ਹੈ। ਸਾਹਿਬ ਦੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਦੇ ਕਿਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢੱਕ। ਐ ਜੀਵ ਤੂੰ ਬੁਰਾਈ ਕਰਨ ਲੱਗਿਆ ਆਪਣੇ ਪੜਦੇ ਘਰ ਦੇ ਦਰਵਾਜ਼ੇ ਬੰਦ ਕਰ ਲੈਂਦਾ ਹੈ, ਤੈਨੂੰ ਕੋਈ ਦੇਖਦਾ ਨਹੀਂ ਪਿਆ, ਪਰ ਉਹ ਜਿਹੜਾ ਹਰ ਜਗ੍ਹਾ ਤੇ ਪਰਮੇਸ਼ਰ ਹੈ ਉਹ ਦੇਖਦਾ। ਜਦੋਂ ਚਿੱਤਰ ਗੁਪਤ ਦਾ ਮਤਲਬ ਇਹ ਬਣ ਗਿਆ ਜਦੋਂ ਉਸ ਕੀਤੇ ਹੋਏ ਔਗਣ ਤੋਂ ਤੇਰੇ ਸਰੀਰ ਦੇ ਵਿੱਚ ਅਜਿਹੀ ਲਾ ਇਲਾਜ ਬਿਮਾਰੀ ਆ ਜਾਏਗੀ, ਫਿਰ ਦੁਨੀਆ ਦੀ ਕਿਹੜੀ ਤਾਕਤ ਹੈ ਕਿ ਜਿਹੜਾ ਤੂੰ ਆਪਣਾ ਆਪ ਛਪਾਉਣਾ ਚਾਹਵੇਂ ਤੇ ਛਪਾ ਨਹੀਂ ਸਕੇਗਾ। ਸਭ ਨੂੰ ਪਤਾ ਚੱਲ ਜਾਏਗਾ ਕਿ ਇਸ ਦੇ ਇਹਨਾਂ ਔਗਣਾਂ ਦੀ ਇਹਨੂੰ ਆਹ ਸਜ਼ਾ ਮਿਲੀ ਹੈ, ਇਹਨੇ ਆਹ ਬੁਰੇ ਕਰਮ ਕੀਤੇ ਨੇ। ਸਤਿਗੁਰੂ ਮਹਾਰਾਜ ਜੀ ਤੀਜੇ ਸ਼ਬਦ ਵਿੱਚ ਕਹਿੰਦੇ ਜੁਆਰ ਦਾ ਤਾਂ ਜੂਆ ਖੇਡਣਾ। ਹੁਣ ਜੂਆ ਜਿਹੜਾ ਖੇਡਣਾ ਹੈ ਇੰਨੀ ਭੈੜੀ ਵਾਦੀ ਆਦਤ ਹੈ ਜਿਸ ਬੰਦੇ ਨੂੰ ਪੈ ਜਾਵੇ ਉਹ ਆਪਣੀ ਜਨਾਨੀ ਵੀ ਹਰਾ ਦਿੰਦਾ ਹੈ। ਆਪਣੇ ਸਾਹਮਣੇ ਇਤਿਹਾਸ ਦੇ ਵਿੱਚ ਜੋ ਜ਼ਿਕਰ ਆਉਂਦਾ ਹੈ ਕਿ ਇਹਨਾਂ ਕੌਰਵਾਂ ਪਾਂਡਵਾਂ ਨੇ ਜਨਾਨੀ ਵੀ ਹਰਾ ਦਿੱਤੀ। ਇਹਦਾ ਮਤਲਬ ਕਿੰਨੇ ਕੁ ਘਟੀਆ ਇਨਸਾਨ ਹੋਣਗੇ ਕਿ ਜਿਨ੍ਹਾਂ ਨੇ ਇਹ ਵੀ ਨਾ ਸੋਚਿਆ ਰਤਾ ਜਿੰਨਾ ਕਿ ਆਪਣੀ ਘਰਵਾਲੀ ਨੂੰ ਵੀ ਦਾਅ ਹੀ ਲਾ ਦਿੱਤਾ। ਇਹਦਾ ਮਤਲਬ ਕਿੰਨੀ ਕੁ ਜੂਏ ਦੀ ਉਹਨੂੰ ਲੱਤ ਲੱਗੀ ਸੀ, ਕਿੰਨਾ ਕੁ ਜੂਆ ਉਹਨਾਂ ਦੇ ਸਿਰ ਦੇ ਉੱਤੇ ਇੰਨਾ ਕੁ ਚੜ੍ਹਿਆ ਹੋਇਆ ਸੀ ਇਸ ਜੂਏ ਦਾ ਉਹਨਾਂ ਦੇ ਉੱਤੇ। ਕਹਿ ਲਓ ਕਿ ਉਹ ਲੋਕ ਜੂਏ ਨੂੰ ਆਪਣੀ ਜ਼ਿੰਦਗੀ ਦਾ ਕਿੰਨਾ ਕੁ ਹਿੱਸਾ ਬਣਾ ਚੁੱਕੇ ਸੀ ਵੀ ਘਰ ਵਾਲੀ ਵੀ ਦਾਅ ਹੀ ਲਾ ਦਿੱਤੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਵੀ ਤਿੰਨ ਔਗਣ ਪਹਿਲੀ ਪੰਕਤੀ ਵਿੱਚ ਕਹੇ ਚੋਰੀ, ਯਾਰੀ ਤੇ ਜੂਆ ਖੇਡਣਾ। ਸਤਿਗੁਰੂ ਕਹਿੰਦੇ ਤਿੰਨਾਂ ਬੰਦਿਆਂ ਦੇ ਔਗਣਾਂ ਨਾਲ ਇਹ ਤਿੰਨ ਔਗਣ ਕੀ ਕਰਦੇ ਨੇ? ਸਾਹਿਬ ਕਹਿੰਦੇ ਪੀੜ ਹੈ, ਕਹਾਣੀ ਹੈ, ਕਹਾਣੀ ਵਾਂਗੂ ਪੀੜੇ ਜਾਂਦੇ ਨੇ। ਹੁਣ ਕਹਾਣੀ ਵਾਂਗੂ ਪੀੜਨ ਦਾ ਮਤਲਬ ਇਹ ਤਾਂ ਨਹੀਂ ਹੈ ਵੀ ਅੱਜ ਜਿਹਨੇ ਚੋਰੀ ਕੀਤੀ ਹੈ ਤੇ ਜਿਹਨੇ ਵਿਕਾਰੀ ਹੈ ਤੇ ਜਿਹੜਾ ਜੂਆ ਖੇਡਦਾ ਵੀ ਉਹਦੇ ਵਾਸਤੇ ਕੋਹਲੂ ਬਣਾਇਆ ਵਿੱਚ ਪਾ ਦੇਣਾ ਤੇ ਉਹਨੂੰ ਕਹਾਣੀ ਵਾਂਗੂ ਪੀੜ ਦੇਣਾ। ਇਹਦਾ ਮਤਲਬ ਕਹਾਣੀ ਵਾਂਗੂ ਪੀੜਨ ਦਾ ਇਹ ਹੈ ਉਹ ਬੰਦਾ ਹੀ ਕਹਾਣੀ ਵਾਂਗੂ ਪੀੜਿਆ ਜਾਂਦਾ ਹੈ, ਉਸ ਬੰਦੇ ਦੀ ਹਾਲਤ ਹੀ ਇਦਾਂ ਦੀ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਵੇਂ ਤਿਲ ਪੀੜੇ ਜਾਂਦੇ ਨੇ ਇਸ ਤਰ੍ਹਾਂ ਉਹਦਾ ਜੀਵਨ ਬਣ ਜਾਂਦਾ ਹੈ। ਤੇ ਅੱਗੇ ਸਤਿਗੁਰੂ ਮਹਾਰਾਜ ਜੀ ਨੇ ਜ਼ਿਕਰ ਕੀਤਾ ਦੋ ਹੋਰ ਔਗਣਾਂ ਦਾ। ਉਹਦੇ ਵਿੱਚ ਸਾਹਿਬ ਕਹਿੰਦੇ ਨਿੰਦਕ ਲਾਇਤਬਾਰ ਮਿਲੇ ਹੜ ਵਾਣੀਐ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹੱਥ ਘੜੀ ਇਹਨਾਂ ਨੂੰ ਵੀ ਲੱਗਦੀ ਹੈ, ਇੱਕ ਨਿੰਦਕ ਇੱਕ ਲਾਇਤਬਾਰ। ਲਾਇਤਬਾਰ ਕਹਿੰਦੇ ਨੇ ਚੁਗਲਖੋਰ ਨੂੰ, ਤੇ ਨਿੰਦਕ ਦਾ ਅਰਥ ਹੋ ਗਿਆ ਜਿਹੜਾ ਦੂਜੇ ਨੂੰ ਪਛਾੜਨਾ ਚਾਹੁੰਦਾ ਹੈ, ਆਪ ਅੱਗੇ ਲੰਘਣਾ ਚਾਹੁੰਦਾ ਹੈ ਤੇ ਉਸ ਬੰਦੇ ਦੀ ਬਿਨਾਂ ਮਤਲਬ ਤੋਂ ਬਖਤੋਈ ਕਰਨੀ, ਬਿਨਾਂ ਮਤਲਬ ਤੋਂ ਨਿੰਦਿਆ ਕਰੀ ਜਾਣੀ ਵੀ ਇਹ ਮੇਰੇ ਤੋਂ ਗੁਨਾਹ ਕਰਕੇ ਅੱਗੇ ਹੈ। ਜਿਹੜਾ ਗੁਨਾਹ ਕਰਕੇ ਉਹ ਗੁਨਾਹ ਅੱਗੇ ਹੋਵੇ ਉਹਨੂੰ ਪਛਾੜਨ ਲਈ ਬੰਦਾ ਨਿੰਦਿਆ ਕਰਦਾ। ਇਹ ਹਰ ਸਮਾਜ ਵਿੱਚ ਕਹਿ ਲਓ ਕਿ ਧਾਰਮਿਕ ਦੁਨੀਆ ਵਿੱਚ, ਸਮਾਜਿਕ ਦੁਨੀਆ ਵਿੱਚ, ਰਾਜਨੀਤਿਕ ਦੁਨੀਆ ਵਿੱਚ, ਵਪਾਰੀ ਦੁਨੀਆ ਵਿੱਚ ਜਾਂ ਬਿਜ਼ਨਸਮੈਨ ਦੁਨੀਆ 'ਚ, ਹਰ ਦੁਨੀਆ ਦੇ ਵਿੱਚ ਹੀ ਇਹ ਚੀਜ਼ ਚੱਲਦੀ ਹੈ। ਹਰ ਬੰਦਾ ਹੀ ਇਹਦੇ ਤੋਂ ਬਚਿਆ ਨਹੀਂ ਹੈ। ਜਿਹਦੇ 'ਤੇ ਗੁਰੂ ਸਾਹਿਬ ਦੀ ਕੋਈ ਕਿਰਪਾ ਹੋਵੇ ਕੋਈ ਵਿਰਲੇ ਬਚੇ ਨਹੀਂ ਤਾਂ ਇਹ ਬਿਮਾਰੀ ਬਹੁ ਗਿਣਤੀ ਵਿੱਚ ਹੈ। ਤੇ ਲਾਇਤਬਾਰ ਕਹਿੰਦੇ ਨੇ ਚੁਗਲੀ ਕਰਨੀ, ਚੁਗਲਖੋਰ। ਚੁਗਲੀ ਕੀ ਹੁੰਦੀ ਹੈ ਕਿ ਕਿਸੇ ਦੇ ਕੰਮ ਨੂੰ ਵਿਗਾੜਨਾ। ਕਿਉਂ ਵਿਗਾੜਨਾ? ਸਿਰਫ ਈਰਖਾ ਵਸ, ਹੋਰ ਕੋਈ ਕਾਰਨ ਨਹੀਂ। ਮੈਂ ਥੋੜ੍ਹਾ ਜਿਹਾ ਇਸ ਨੂੰ ਇਤਿਹਾਸ ਪੱਖ ਤੁਹਾਡੇ ਨਾਲ ਸਾਂਝਾ ਕਰ ਲਵਾਂ ਤਾਂ ਕਿ ਗੱਲ ਥੋੜ੍ਹੀ ਜਿਹੀ ਪਕੜ ਵਿੱਚ ਆ ਸਕਦੀ ਹੈ। ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਸਨ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਲੰਗਰ ਸਾਂਝਾ ਬਣਾ ਦਿੱਤਾ, ਬੌਲੀ ਸਾਂਝੀ ਬਣਾ ਦਿੱਤੀ ਤੇ ਪੰਗਤ ਸੰਗਤ ਦਾ ਸਿਧਾਂਤ ਦੇ ਦਿੱਤਾ। ਇਹ ਗੱਲ ਉੱਥੋਂ ਦੇ ਜਿਹੜੇ ਬ੍ਰਾਹਮਣ ਲੋਕ ਸਨ, ਉੱਚ ਜਾਤੀਆਂ ਵਾਲੇ, ਉਹਨਾਂ ਨੂੰ ਚੰਗੀ ਨਾ ਲੱਗੀ। ਉਹਨਾਂ ਨੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਿਰੋਧ ਕੀਤਾ ਤੇ ਚੁਗਲੀ ਕੀਤੀ ਅਕਬਰ ਬਾਦਸ਼ਾਹ ਦੇ ਕੋਲੇ। ਇਹਦੇ ਬਕਾਇਦਾ ਸਾਨੂੰ ਸ਼ਬਦ ਮਿਲਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ। ਜਦੋਂ ਇਹ ਲੋਕ ਅਕਬਰ ਬਾਦਸ਼ਾਹ ਕੋਲੇ ਗਏ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਜਾ ਕੇ ਕਿਹਾ ਇਹਨਾਂ ਨੇ ਕੀ ਹੈ, ਕੀ ਚੁਗਲੀ ਲਾਈ ਗੁਰੂ ਅਮਰਦਾਸ ਮਹਾਰਾਜ ਜੀ ਦੀ। ਉੱਥੇ ਕਵੀ ਸੰਤੋਖ ਸਿੰਘ ਜੀ ਦੇ ਬਚਨ ਨੇ ਕਹਿਣ ਲੱਗੇ ਇੱਕ ਦਿਨ ਮੇਰੇ ਸਭ ਮਸਲਤ ਕਰੀ ਇਹ ਤੋਂ ਰੀਤ ਬੁਰੀ ਜਗ ਪਰੀ ਅਬ ਦਿਜ ਕੋ ਨਹਿ ਮਾਨੇ ਕੋਏ ਖੱਤਰੀ ਧਰਮ ਨਸ਼ਟ ਸਭ ਹੋਏ। ਕਹਿਣ ਲੱਗੇ ਹੁਣ ਤਾਂ ਬ੍ਰਾਹਮਣਾਂ ਨੂੰ ਕੋਈ ਨਹੀਂ ਮੰਨਦਾ, ਕਿਉਂਕਿ ਇਸ ਕਰਕੇ ਨਹੀਂ ਮੰਨਦਾ ਇਹ ਖੱਤਰੀ ਧਰਮ ਹੀ ਸਾਰਾ ਨਸ਼ਟ ਹੋ ਗਿਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਨਾਂ ਚੀਜ਼ਾਂ ਨੂੰ ਬੰਦ ਕਰ ਦਿੱਤਾ ਗੋਂਦਵਾਲ ਸਾਹਿਬ ਦੀ ਧਰਤੀ 'ਤੇ।
ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕੀ ਜਾ ਕੇ ਕਿਹਾ, ਲਵਪੁਰ ਗਏ ਫਿਰਾਦੀ ਸਾਰੇ ਟਿਗੇ ਅਕਬਰ ਕਹਿ ਜਾਏ ਪੁਕਾਰੇ। ਲਾਹੌਰ ਵਿਖੇ ਗਏ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ, ਲਵਪੁਰ ਗਏ ਫਿਰਾਦੀ ਸਾਰੇ ਟਿਗੇ ਅਕਬਰ ਕਹਿ ਜਾਏ ਪੁਕਾਰੇ। ਗੋਇੰਦਵਾਲ ਅਮਰ ਗੁਰੂ ਹੋਵਾ ਭੇਦ ਬਰਨ ਚਾਰੋਂ ਕਾ ਖੋਵਾ। ਰਾਮ ਗੈਤਰੀ ਮੰਤਰ ਨਾ ਜਪੇ ਵਾਹਿਗੁਰੂ ਕੀ ਥਾਪਣ ਥਾਪੇ। ਇਹ ਸ਼ਿਕਾਇਤ ਲਾਈ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜਾ ਪਹਿਲਾਂ ਲੰਮਿਆਂ ਸਮਿਆਂ ਤੋਂ ਤੁਰਿਆ ਆਉਂਦਾ ਹੈ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਇਹ ਵਰਨ ਵੰਡ ਨੂੰ ਖਤਮ ਕਰ ਦਿੱਤਾ ਹੈ, ਇਹ ਚੁਗਲੀ ਲਾਈ। ਉਹਨਾਂ ਨੇ ਕਿਹਾ ਰਾਮ ਗੈਤਰੀਆਂ ਦਾ ਹੁਣ ਕੋਈ ਜਾਪ ਨਹੀਂ ਕਰਦਾ, ਹੁਣ ਤਾਂ ਵਾਹਿਗੁਰੂ ਵਾਹਿਗੁਰੂ ਦੀਆਂ ਧੁਨਾਂ ਚੱਲਦੀਆਂ ਨੇ। ਗੁਰੂ ਅਮਰਦਾਸ ਮਹਾਰਾਜ ਜੀ ਇਹ ਕੁਝ ਉੱਥੇ ਕਰਦੇ ਨੇ। ਅਕਬਰ ਨੇ ਆਪਣੇ ਆਦਮੀ ਗੋਇੰਦਵਾਲ ਭੇਜੇ, ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਤੁਹਾਡੀਆਂ ਸ਼ਿਕਾਇਤਾਂ ਆਈਆਂ, ਜੇ ਤੁਸੀਂ ਆਪਣੇ ਹੱਕ ਵਿੱਚ ਪੱਖ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਤੇ ਕੋਈ ਆਦਮੀ ਭੇਜੋ। ਗੁਰੂ ਸਾਹਿਬ ਮਹਾਰਾਜ ਜੀ ਨੇ 25 ਸਾਲ ਦੇ ਨੌਜਵਾਨ ਗੱਭਰੂ ਭਾਈ ਜੇਠਾ ਜੀ ਨੂੰ ਭੇਜਿਆ, ਜੋ ਲਾਹੌਰ ਵਿਖੇ ਆਏ। ਅਕਬਰ ਬਾਦਸ਼ਾਹ ਦੀ ਪੂਰੀ ਤਸੱਲੀ ਕਰਾਈ। ਜਦੋਂ ਅਕਬਰ ਦੀ ਤਸੱਲੀ ਹੋ ਗਈ, ਉਹਨੇ ਕਿਹਾ ਜੋ ਕੁਝ ਦੱਸਿਆ ਹੈ ਮੈਂ ਆਪਣੀਆਂ ਅੱਖਾਂ ਨਾਲ ਵੇਖਾਂਗਾ। ਕਿ ਸਮਾਂ ਬਣਿਆ, ਅਕਬਰ ਬਾਦਸ਼ਾਹ ਆਇਆ, ਉਹਨੇ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਤੱਕਿਆ ਤੇ ਕਹਿ ਦਿੱਤਾ ਜਿਹੜੇ ਲੋਕ ਲਾਹੌਰ ਵਿਖੇ ਸ਼ਿਕਾਇਤਾਂ ਲਾਉਣ ਵਾਸਤੇ ਗਏ ਸੀ ਉਹ ਝੂਠੇ ਲੋਕ ਸਨ। ਜੋ ਕੁਝ ਉਹਨਾਂ ਨੇ ਕਿਹਾ ਹੈ ਉਹ ਨਿਰੋਲ ਝੂਠ ਸੀ। ਗੁਰੂ ਅਮਰਦਾਸ ਮਹਾਰਾਜ ਜੀ ਤੇ ਗੁਰੂ ਨਾਨਕ ਦਾ ਸਿਧਾਂਤ ਹੀ ਵੱਖਰਾ ਹੈ, ਇਹ ਤਾਂ ਧਰਮ ਹੀ ਇੱਕ ਵੱਖਰਾ ਹੈ। ਇਸ ਕਰਕੇ ਇੱਥੇ ਰਾਮ ਗੈਤਰੀਆਂ ਦੀ ਗੱਲ ਹੋਣੀ ਨਹੀਂ ਸੀ। ਅਕਬਰ ਦੀ ਤਸੱਲੀ ਹੋ ਗਈ। ਸਮਾਂ ਆਪਣੀ ਚਾਲੇ ਚੱਲਿਆ। ਇਹਨਾਂ ਲੋਕਾਂ ਨੇ ਇੱਕ ਚਾਲ ਹੋਰ ਖੇਡੀ। ਉਹ ਕਿਹੜੀ? ਇਹਨਾਂ ਚਾਲ ਇਹ ਖੇਡੀ ਕਿ ਜਿਹੜਾ ਗੋਇੰਦਾ ਸੀ ਉਹਨੂੰ ਕਿਹਾ ਕਿ ਤੇਰੇ ਬਾਪ ਤੋਂ ਗੁਰੂ ਅਮਰਦਾਸ ਨੇ ਧੱਕੇ ਨਾਲ ਜ਼ਮੀਨ ਖੋਹ ਲਈ ਹੈ ਤੇ ਤੂੰ ਜਾ ਕੇ ਅਕਬਰ ਬਾਦਸ਼ਾਹ ਨੂੰ ਫਰਿਆਦ ਕਰ, ਉਹਦੇ ਕੋਲੇ ਜਾ ਕੇ ਰੋ। ਹੁਣ ਆਪ ਤਾਂ ਪੇਸ਼ ਨਾ ਗਈ ਤੇ ਚੁਗਲਖੋਰ ਕਿੱਥੋਂ ਤੱਕ ਚਲਿਆ ਜਾਂਦਾ ਹੈ। ਆਪ ਪੇਸ਼ ਨਾ ਗਈ ਤੇ ਹੁਣ ਬੰਦਿਆਂ ਨੂੰ ਭੜਕਾ ਦਿੱਤਾ। ਇਹ ਆਪਣੇ ਨੌਕਰ ਨੂੰ ਲੈ ਕੇ ਅਕਬਰ ਦੇ ਦਰਬਾਰ ਵਿੱਚ ਪਹੁੰਚਿਆ, ਜਾ ਕੇ ਰੋਇਆ ਕਰਲਾਇਆ। ਉਹਨੇ ਪੁੱਛਿਆ ਕਿਉਂ ਆਇਆ? ਕਹਿੰਦਾ ਇਸ ਕਰਕੇ ਆਇਆ, ਮੇਰੀ ਜ਼ਮੀਨ ਗੁਰੂ ਅਮਰਦਾਸ ਮਹਾਰਾਜ ਨੇ ਹੜੱਪ ਲਈ ਹੈ। ਹੁਣ ਜੇ ਤਾਂ ਅਕਬਰ ਪਹਿਲਾਂ ਨਾ ਆਇਆ ਹੁੰਦਾ ਫਿਰ ਤਾਂ ਹੋ ਸਕਦਾ ਇਹਦੀ ਗੱਲ ਉੱਤੇ ਉਹਨੂੰ ਉਹ ਵੀ ਅਸਰ ਕਰਦਾ, ਪਰ ਉਹ ਆਇਆ ਸੀ, ਉਹਨੇ ਸਾਰੀ ਗੱਲ ਪਹਿਲਾਂ ਜਾਣੀ ਹੋਈ ਸੀ, ਉਹਨੂੰ ਪਤਾ ਸੀ ਇਹ ਝੂਠ ਹੈ। ਉਹਨੂੰ ਇਹ ਪਤਾ ਸੀ ਜਿਹੜੇ ਪਹਿਲਾਂ ਬੰਦੇ ਆਏ ਨੇ ਉਹਨਾਂ ਨੇ ਜਾ ਕੇ ਭੜਕਾ ਕੇ ਇਹਨਾਂ ਨੂੰ ਭੇਜਿਆ ਹੈ। ਤੇ ਗੁਰੂ ਅਮਰਦਾਸ ਨੇ ਉੱਥੇ ਸ਼ਬਦ ਉਚਾਰਿਆ। ਫਿਰ ਸਾਹਿਬ ਜੀ ਕਹਿੰਦੇ ਨੇ ਕਿ ਮਲ ਜੂਈ ਭਰਿਆ ਨੀਲਾ ਕਾਲਾ ਖਿਤੋਲੜਾ ਤਿਨ ਵੇ ਮੁਖ ਵੇ ਮੁਖੇ ਨੂੰ ਪਾਇਆ। ਸਾਹਿਬ ਜੀ ਕਹਿੰਦੇ ਨੇ ਜਿਹੜਾ ਗੰਦਗੀ ਦਾ ਭਰਿਆ ਹੋਇਆ ਉੱਥੇ ਇੱਕ ਕੱਪੜਾ ਜਿਹੜਾ ਪਾ ਕੇ ਫਰਿਆਦੀ ਨੂੰ ਫਰਿਆਦ ਕਰਨੀ ਪੈਂਦੀ, ਉਹ ਇਹਨਾਂ ਨੇ ਗੰਦਾ ਕੱਪੜਾ ਪਾਇਆ ਤੇ ਫਰਿਆਦ ਕੀਤੀ। ਪਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਇਹਨਾਂ ਦੀ ਹਾਲਤ ਇਹ ਹੋਈ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਦੇ ਸੰਬੰਧ ਵਿੱਚ ਸ਼ਬਦ ਕਹੇ ਨੇ। ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਜਾ ਕੇ ਅਕਬਰ ਦੇ ਦਰਬਾਰ ਵਿੱਚ ਇਹ ਸ਼ਿਕਾਇਤ ਕਰਨ ਗਏ, ਅਕਬਰ ਨੇ ਕਿਹਾ ਇਹਨਾਂ ਬੰਦਿਆਂ ਨੂੰ ਪਕੜ ਲਓ ਤੇ ਇਹਨਾਂ ਦੀ ਹਾਲਤ ਕੀ ਕਰੋ। ਇਹਨਾਂ ਦੀ ਹਾਲਤ ਇਹ ਕਰ ਲਓ ਕਿ ਇਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਅੱਲਾ ਖੁਦਾ ਦੇ ਪਿਆਰੇ ਜਿਹੜੇ ਸਨ ਉਹਨਾਂ ਦੇ ਬਾਰੇ ਝੂਠੀ ਆ ਕੇ ਤੋਹਮਤ ਲਾਈ ਹੈ। ਤੇ ਹਾਲਤ ਇਹ ਕਰੋ ਵੀ ਇਹਨਾਂ ਦੋਵਾਂ ਦਾ ਮੂੰਹ ਕਾਲਾ ਕਰਕੇ ਤੇ ਜੁੱਤੀਆਂ ਮਾਰੋ ਮੇਰੇ ਦਰਬਾਰ ਵਿੱਚ। ਮੈਂ ਕੋਲੋਂ ਨਹੀਂ ਕਹਿਣ ਲੱਗਾ, ਬਾਣੀ ਦੇ ਬਚਨ ਨੇ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ। ਇਹ ਜਿਹੜਾ ਪਰਾਈ ਚੁਗਲੀ ਨਿੰਦਿਆ ਕਰਨ ਵਾਸਤੇ ਦੋ ਬੰਦੇ ਗਏ ਸਨ, ਸਾਹਿਬ ਜੀ ਕਹਿੰਦੇ ਨੇ ਉੱਥੇ ਵੀ ਮੂੰਹ ਕਾਲਾ ਦੋਵਾਂ ਵੇਮੁਖਾਂ ਦਾ ਕਰਾਇਆ। ਉਹਨਾਂ ਦਾ ਮੂੰਹ ਕਾਲਾ ਦੋਨਾਂ ਦਾ ਕੀਤਾ ਗਿਆ। ਤੇ ਸਾਹਿਬ ਜੀ ਕਹਿੰਦੇ ਨੇ ਤੜ ਸੁਣਿਆ ਸ਼ਬਦ ਜਗਤ ਵਿੱਚ ਭਾਈ। ਤੜ ਦਾ ਮਤਲਬ ਤੁਰੰਤ ਸੁਣ ਲਈ ਇਹ ਗੱਲ, ਤੁਰੰਤ ਪਤਾ ਚੱਲ ਗਿਆ ਲੋਕਾਂ ਨੂੰ ਵੀ ਆਹ ਕੁਝ ਉੱਥੇ ਵਾਪਰਿਆ। ਤੇ ਸਾਹਿਬ ਜੀ ਕਹਿੰਦੇ ਨੇ ਸਣੇ ਨਫਰੇ ਵੇਮੁਖ ਸਣੇ ਨਫਰੇ ਪੌਲੇ ਪਾਉਂਦੀ ਫਾਵਾ ਹੋਏ ਕਹਿ ਉੱਠ ਘਰ ਆਇਆ। ਹੁਣ ਸਾਹਿਬ ਜੀ ਕਹਿੰਦੇ ਨੇ ਪਾਗਲ ਹੋ ਕੇ ਉੱਥੋਂ ਆਏ। ਨਫਰ ਕਹਿੰਦੇ ਨੇ ਨੌਕਰ ਨੂੰ, ਸਾਹਿਬ ਜੀ ਕਹਿੰਦੇ ਇਹ ਆਪ ਤੇ ਦਾ ਨੌਕਰ ਦੋਨਾਂ ਜਾਣਿਆਂ ਨੂੰ ਪੌਲੀ ਪਾਉਂਦੀ ਦਾ ਅਰਥ ਹੈ ਜੁੱਤੀਆਂ ਦੀ ਮਾਰ ਪਈ ਤੇ ਇਹਨਾਂ ਨੂੰ ਉੱਥੋਂ ਪਾਗਲਾਂ ਦੀ ਤਰ੍ਹਾਂ ਜਿਹੜਾ ਸੀ ਅਕਬਰ ਦੇ ਦਰਬਾਰ ਵਿੱਚੋਂ ਕੱਢਿਆ ਗਿਆ। ਇਹ ਹਾਲਤ ਉਹਨਾਂ ਲੋਕਾਂ ਦੀ ਹੋਈ। ਜਦੋਂ ਅਸੀਂ ਦੇਖਦੇ ਹਾਂ ਕਿ ਇਤਿਹਾਸ ਦੇ ਵਿੱਚ ਇੱਕ ਨਹੀਂ ਬਹੁਤ ਜ਼ਿਆਦੀਆਂ ਐਸੀਆਂ ਉਦਾਹਰਨਾਂ ਨੇ ਕਿ ਭਾਈ ਤਾਰੂ ਸਿੰਘ ਦੇ ਵਾਸਤੇ ਵੀ ਜਿਹੜੀ ਭਗਤ ਨਿਰੰਜਣੀਏ ਨੇ ਚੁਗਲੀ ਹੀ ਕੀਤੀ ਸੀ ਕਿ ਉਸ ਗੁਰਮੁਖ ਪਿਆਰੇ ਦੀ ਚੁਗਲੀ ਕਰਨ ਤੇ ਹੀ ਭਾਈ ਤਾਰੂ ਸਿੰਘ ਨੂੰ ਜਿਹੜੀ ਸ਼ਹਾਦਤ ਉਹਨਾਂ ਦੀ ਹੋਈ ਹੈ। ਇਹਦੇ ਪਿੱਛੇ ਜਿਹੜਾ ਕੰਮ ਕਰਦਾ ਸੀ ਉਹ ਹਰ ਭਗਤ ਨਿਰੰਜਣੀਆ ਸੀ, ਉਹਨੇ ਚੁਗਲੀ ਕੀਤੀ ਸੀ ਭਾਈ ਤਾਰੂ ਸਿੰਘ ਦੀ। ਸੋ ਇਸ ਤਰ੍ਹਾਂ ਕਰਕੇ ਇਤਿਹਾਸ ਦੇ ਵਿੱਚ ਚੁਗਲਖੋਰਾਂ ਦਾ ਬੜਾ ਜ਼ਿਕਰ ਆਉਂਦਾ ਹੈ। ਤੇ ਇੱਕ ਕਵੀਸ਼ਰ ਕਈ ਵਾਰ ਇਹ ਕਵਿਤਾ ਸੁਣਾਉਂਦੇ ਹੁੰਦੇ ਆ ਤੇ ਕਵੀਸ਼ਰਾਂ ਦੇ ਬੋਲ ਨੇ, ਉਹ ਕਹਿੰਦੇ ਨੇ, ਉਹ ਕਹਿੰਦੇ ਢੱਠੇ ਕੋਠੇ ਨੂੰ ਜੇਕਰ ਲਿੰਬੀਏ ਨਾ ਆਖਰ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ। ਰੁੱਸੇ ਹੋਏ ਨੂੰ ਜੇ ਮਨਾਈਏ ਨਾ ਪਵਾੜੇ ਪੈਂਦੀਆਂ ਪੈਂਦੀਆਂ ਪੈ ਜਾਂਦੇ। ਚੁਗਲਖੋਰ ਨਹੀਂ ਚੁਗਲੀਆਂ ਬਾਜ ਆਉਂਦੇ
ਗੱਲ ਕਹਿੰਦਿਆਂ ਕਹਿ ਜਾਂਦੇ, ਉਹ ਨਹੀਂ ਬਾਜ ਆਉਂਦੇ, ਉਹਨਾਂ ਕਹਿੰਦਿਆਂ ਗੱਲ ਆਪਣੀ ਕਹਿ ਹੀ ਜਾਣੀ ਹੁੰਦੀ ਹੈ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਵੀ ਦੋ ਬੜੇ ਵੱਡੇ ਔਗਣ ਨੇ, ਇੱਕ ਨਿੰਦਕ, ਇੱਕ ਲਾਇਤਬਾਰ ਭਾਵ ਕੇ ਚੁਗਲੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਵੀ ਬਹੁਤ ਵੱਡੇ ਔਗਣ ਨੇ। ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਔਗਣਾ ਕਰਕੇ ਵੀ ਸਜ਼ਾ ਮਿਲਦੀ ਹੈ। ਰਹਿਤਨਾਮਿਆਂ ਦੇ ਵਿੱਚ ਲਿਖਿਆ ਇਹਨਾਂ 5 ਔਗਣਾਂ ਤੋਂ ਬਚਣਾ ਚਾਹੀਦਾ, ਉਹ ਗੁਰੂ ਕਾ ਸਿੱਖ ਹੈ। ਲਿਖਿਆ ਹੈ ਪਰ ਨਾਰੀ, ਜੂਆ, ਅਸਤ, ਚੋਰੀ, ਮਧਰਾ ਜਾਣ। ਉੱਥੇ ਇਹ 5 ਐਬਾਂ ਦੀ ਗੱਲ ਕੀਤੀ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਵਿੱਚ। ਉਹ ਕਹਿੰਦੇ 5 ਐਬ ਇਹ ਜਗਤ ਮੈਂ ਤਜੇ ਸੋ ਸਿੰਘ ਸਜਾਣ। ਭਈ ਜਿਹੜਾ ਇਹ 5 ਐਬ ਛੱਡ ਜਾਂਦਾ ਹੈ ਉਹੀ ਅਸਲ ਵਿੱਚ ਗੁਰੂ ਕਾ ਸਿੱਖ ਹੈ, ਉਹੀ ਸਿੰਘ ਹੈ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਇਹਨਾਂ 5 ਔਗਣਾਂ ਤੋਂ ਰੋਕਦੇ ਨੇ, ਚੋਰੀ, ਯਾਰੀ, ਜੂਆ, ਨਿੰਦਕ ਤੇ ਚੁਗਲੀ। ਸਤਿਗੁਰੂ ਕਹਿੰਦੇ ਇਹ 5 ਵੱਡੇ ਐਬ ਨੇ। ਇਹ 5 ਵੱਡੇ ਐਬਾਂ ਕਰਕੇ ਜੀਵ ਜਿਹੜਾ ਇਹੀ ਸੰਗਲ ਇਹਨੂੰ ਵੱਜਦੇ ਨੇ। ਤੇ ਸਾਹਿਬ ਕਹਿੰਦੇ ਇਹਨਾਂ ਸੰਗਲਾਂ ਨਾਲ ਹੀ ਬੰਨਿਆ ਜਾਂਦਾ ਹੈ। ਤੇ ਸਾਹਿਬ ਕਹਿੰਦੇ ਮਿਲੇ ਹੜ੍ਹ ਬਾਣੀਏ, ਹੜ੍ਹ ਬਾਣੀ ਦਾ ਅਰਥ ਕੀਤਾ ਗਿਆ ਹੈ ਕਿ ਮਨੁੱਖ ਨੂੰ ਹੱਥ ਕੜੀ ਵੱਜ ਜਾਂਦੀ ਹੈ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਅਖੀਰਲੀ ਪੰਕਤੀ ਵਿੱਚ ਕਿਰਪਾ ਕਰਦੇ ਨੇ, ਗੁਰਮੁਖ ਸੱਚ ਸਮਾਏ ਸੋ ਦਰਗਹ ਜਾਣੀਐ। ਜਿਹੜਾ ਗੁਰਮੁਖ ਹੈ ਉਹ ਇਹਨਾਂ ਤੋਂ ਬਚ ਜਾਂਦਾ ਹੈ, ਉਹਨੂੰ ਸਮਝ ਆ ਜਾਂਦੀ ਕਿ ਪ੍ਰਭੂ ਦੇ ਦਰਬਾਰ ਦਰਗਾਹ ਦੇ ਵਿੱਚ ਭਈ ਹਿਸਾਬ ਕਿਤਾਬ ਦੇਣਾ ਪੈਣਾ ਹੈ। ਸਾਹਿਬ ਜੀ ਕਹਿੰਦੇ ਉਹ ਇਸ ਔਗਣ ਤੋਂ ਬਚ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਭਾਈ ਇਹਨਾਂ ਔਗਣਾਂ ਤੋਂ ਬਚਾਂਗੇ ਤਾਂ ਤੇ ਅਸੀਂ ਪ੍ਰਭੂ ਦੇ ਦਰਬਾਰ ਦੇ ਵਿੱਚ ਇੱਜ਼ਤ ਮਾਨ ਪਾ ਸਕਦੇ ਹਾਂ। ਜੇ ਇਹ ਜੀਵ ਔਗਣ ਕਰਦਾ ਰਿਹਾ ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਪਿਆਰੇ ਸ਼ਬਦ ਦੇ ਵਿੱਚ ਸਾਰੇ ਇਸ ਮਨੁੱਖ ਦੇ ਔਗਣਾਂ ਦਾ ਜ਼ਿਕਰ ਕੀਤਾ ਹੈ। ਇਹ ਕਹਿ ਕੇ ਦਾਸ ਸਮਾਪਤੀ ਕਰੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰੋ। ਬੰਦਾ ਚਾਹੁੰਦਾ ਇਹ ਮੇਰੀ ਕਾਇਆ ਅਮਰ ਰਹਿਣੀ ਹੈ, ਸਦਾ ਵਾਸਤੇ ਰਹਿਣੀ, ਤਾਂ ਹੀ ਬੰਦਾ ਔਗਣ ਕਰਦਾ ਨਾ ਕਿ ਕਿਹੜਾ ਮੈਂ ਮਰਨਾ ਜਾਣਾ ਸੰਸਾਰ ਤੋਂ। ਸਾਹਿਬ ਕਹਿੰਦੇ ਲੱਭ ਲੋਭ ਮਚਕੂੜ ਕਮਾਵੇਂ ਬਹੁਤ ਉਠਾਵੇਂ ਭਾਰੋ। ਇਹ ਔਗਣ ਜੀਵ ਇਕੱਠੇ ਕਰਦਾ ਹੈ। ਸਾਹਿਬ ਜੀ ਕਹਿੰਦੇ ਤੂੰ ਕਾਇਆ ਮੈਂ ਰੁਲਦੀ ਦੇਖੀ ਹੈ। ਕਾਇਆ ਮੈਂ ਰੁਲਦੀ ਵੇਖੀ ਹੋਈ ਹੈ, ਇੱਥੇ ਰੁਲਦੇ ਵੇਖੇ ਨੇ ਲੋਕ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਾਰੀ ਉੱਪਰ ਛਾਰੋ। ਜਿਵੇਂ ਧਰਤੀ ਉੱਤੇ ਖੇ ਹੈ ਮਿੱਟੀ ਉੱਡਦੀ ਵੇਖੀ, ਇਸ ਤਰ੍ਹਾਂ ਕਾਇਆ ਮੈਂ ਲੋਕਾਂ ਨੂੰ ਰੁਲਦਿਆਂ ਹੋਇਆਂ ਵੇਖਿਆ ਹੈ। ਸਾਹਿਬ ਜੀ ਕਹਿੰਦੇ ਨੇ ਸੁਣ 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 ਸਿੱਖ ਹਮਾਰੀ, ਐ ਮੇਰੀ ਜਿੰਦ, ਐ ਮੇਰੇ ਸਰੀਰ, ਐ ਮੇਰੇ ਮਨ, ਤੂੰ ਗੁਰੂ ਦੀ ਸਿੱਖਿਆ ਨੂੰ ਸੁਣ। ਸਾਹਿਬ ਜੀ ਕਹਿੰਦੇ ਸੁਕ੍ਰਿਤ ਰਹੱਸੀ ਮੇਰੇ ਜੀਅੜੇ। ਜੇ ਤੂੰ ਸੁਕਿਰਤ ਦਾ ਮਤਲਬ ਹੁੰਦਾ ਹੈ ਚੰਗੇ ਸ਼ੁਭ ਗੁਣ, ਇਹਨੂੰ ਜੇ ਤੂੰ ਮੇਰੀ ਜਿੰਦੇ ਕਰੇ ਤਾਂ ਬੌੜ ਨਾ ਆਵੇ ਵਾਰੀ, ਫਿਰ ਤੇਰਾ ਜਨਮ ਮਰਨ ਹੀ ਖਤਮ ਹੋ ਸਕਦਾ। ਸਾਹਿਬ ਕਹਿੰਦੇ ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਐ ਮੇਰੀ ਕਾਇਆ ਮੈਂ ਤੈਨੂੰ ਗੁਰੂ ਦੀ ਸਿੱਖਿਆ ਦੇਣਾ ਚਾਹੁੰਦਾ ਹਾਂ। ਐ ਸਰੀਰ ਮੈਂ ਤੈਨੂੰ ਗੁਰੂ ਦੀ ਸਿੱਖਿਆ ਦੇਣਾ ਚਾਹੁੰਦਾ ਹਾਂ। ਕਿਹੜੀ ਸਿੱਖਿਆ? ਇਹ ਸਿੱਖਿਆ ਕਿ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਇਤਬਾਰੀ। ਤੂੰ ਨਿੰਦਾ ਪਰਾਈ ਝੂਠ ਤੇ ਚੁਗਲੀ ਇਹਦੇ ਤੋਂ ਐ ਮੇਰੇ ਸਰੀਰ ਮੇਰੇ ਮਨ ਤੋਂ ਬਚ। ਸਾਹਿਬ ਕਹਿੰਦੇ ਵੇਲ ਪਰਾਈ ਜੋ ਹੈ ਜੀੜੇ ਕਰੇ ਚੋਰੀ ਬੁਰਿਆਈ। ਹੰਸ ਚੱਲਿਆ ਤੂੰ ਪਿੱਛੇ ਰਹੀਏ, ਛੁੱਟੜ ਹੋਈਐ ਨਾਰੀ। ਤੂੰ ਕਾਇਆ ਰਹੀਐ ਸੁਪਨੰਤਰ, ਤੁਝ ਕਿਆ ਕਰਮ ਕਮਾਇਆ। ਕਰ ਚੋਰੀ ਮੈਂ ਜਾਂ ਕੁਛ ਲਿਆ, ਤਾਂ ਮਨ ਭਲਾ ਨਾ ਪਾਇਆ। ਹਲਤ ਨ ਸੋਭਾ ਪਲਤ ਨਾ ਢੋਲੀ, ਅਹਿਲਾ ਜਨਮ ਗਵਾਇਆ। ਸਤਿਗੁਰੂ ਕਹਿੰਦੇ ਨਾ ਲੋਕ ਵਿੱਚ ਢੋਈ ਨਾ ਪਰਲੋਕ ਵਿੱਚ ਢੋਈ ਇਹਨਾਂ ਔਗਣਾਂ ਨਾਲ ਨਹੀਂ ਮਿਲਦੀ। ਭਾਵ ਕਿ ਇਸ ਲੋਕ ਵਿੱਚ ਵੀ ਮਨੁੱਖ ਨੂੰ ਸ਼ਰਮਿੰਦਿਆ ਹੋਣਾ ਪੈਂਦਾ, ਪਰਲੋਕ ਵਿੱਚ ਵੀ ਪ੍ਰਭੂ ਦੇ ਦਰਗਾਹ ਵਿੱਚ ਵੀ ਮਨੁੱਖ ਨੂੰ ਸਜ਼ਾਵਾਂ ਮਿਲਦੀਆਂ। ਸਾਹਿਬ ਜੀ ਨੇ ਕਿਰਪਾ ਕੀਤੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਔਗਣਾਂ ਦਾ ਤਿਆਗ ਕਰਕੇ ਗੁਣਾਂ ਨੂੰ ਧਾਰਨ ਕਰੋ। ਜੇ ਪ੍ਰਭੂ ਪਰਮਾਤਮਾ ਦੇ ਦਰਬਾਰ ਵਿੱਚ ਇੱਜ਼ਤ ਮਾਨ ਪਾਉਣੀ ਹੈ ਤੇ ਮਨੁੱਖ ਸਮਾਜ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਉਹ ਗੁਣ ਇਕੱਤਰ ਕਰੇ ਜਿਹਦੇ ਨਾਲ ਇਸ ਲੋਕ ਵਿੱਚ ਵੀ ਇੱਜ਼ਤ ਮਾਨ ਮਿਲੇ, ਪਰਲੋਕ ਵਿੱਚ ਵੀ ਮਿਲੇ। ਤੇ ਸਤਿਗੁਰੂ ਗਰੀਬ ਨਿਵਾਜ ਜੀ ਦੇ ਬਚਨਾਂ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ, ਮਾਲਕ ਕਿਰਪਾ ਕਰੇ ਇਹਨਾਂ ਔਗਣਾਂ ਤੋਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਾ ਕੇ ਰੱਖਣ। ਤਾਂ ਹੋਣਗੇ ਲੋਕ ਸੁਖੀਏ ਪਰਲੋਕ ਸਹਿਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਪੁੰਨ ਚੁੱਕਦੀ ਖਿਮਾ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।